आप सुन रहे हैं रेडियो RR 91.2 स्वर गंगा, आवाज का रंगमंच। आरा रेडियो स्वरगंगा 91.2 एलनाबाद। ਆਰਾ ਰੇਡੀਓ 91.2 ਸੁਰਗੰਗਾ ਦੋਸਤੋ ਤੇ ਮੈਂ ਤੁਹਾਡੀ ਦੋਸਤ ਤੇ ਹੋਸਟ ਕਰਮਜੀਤ। ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਰੋਸ਼ਨੀ ਦੀ ਕਿਰਨ ਪ੍ਰੋਗਰਾਮ ਦੇ ਵਿੱਚ ਅਸੀਂ ਦਿਲਬਾਗ ਸਿੰਘ ਜੀ ਨੂੰ ਤੁਹਾਡੇ ਰੂਬਰੂ ਕਰਾ ਰਹੇ ਹਾਂ, ਜੋ ਕਿ ਮੈਂਟਲ ਹੈਲਥ ਕਾਉਂਸਲਰ ਨੇ, ਤੇ ਇਹਨਾਂ ਨਾਲ ਅਸੀਂ ਗੱਲਾਂ ਬਾਤਾਂ ਕਰਾਂਗੇ। ਜੇ ਤੁਹਾਡੇ ਮਨ ਵਿੱਚ ਸਵਾਲ ਹੈ ਤੇ ਤੁਸੀਂ ਵੀ ਸਾਨੂੰ ਆਪਣੇ ਸਵਾਲ ਭੇਜ ਸਕਦੇ ਹੋ ਜੀ। ਤੇ ਬਹੁਤ-ਬਹੁਤ ਸ਼ੁਕਰੀਆ ਜੀ ਸਾਰਿਆਂ ਦਾ ਪ੍ਰੋਗਰਾਮ ਨਾਲ ਜੁੜਨ ਵਾਸਤੇ। ਤੇ ਸਭ ਤੋਂ ਪਹਿਲਾਂ ਦਿਲਬਾਗ ਸਿੰਘ ਜੀ ਤੁਹਾਨੂੰ ਜੀ ਆਇਆਂ ਆਖਦੀ ਹਾਂ ਤੇ ਸਾਡੇ ਜੀ ਨਾਲ ਥੈਂਕ ਯੂ ਜੁੜਨ ਸੋ ਮਚ ਵਾਸਤੇ ਜੀ। ਸਮਾਂ ਕੱਢਣ ਵਾਸਤੇ ਬਹੁਤ-ਬਹੁਤ ਸ਼ੁਕਰੀਆ ਜੀ। ਜੀ ਥੈਂਕ ਯੂ। ਸਵਰਗੰਗਾ ਦੇਖ ਰਹੇ ਸਾਰੇ ਹੀ ਜੋ ਆਪਾਂ ਨੂੰ ਰੇਡੀਓ ਤੇ ਸੁਣ ਰਹੇ ਨੇ, ਫੇਸਬੁੱਕ YouTube ਤੇ ਦੇਖ ਰਹੇ ਦਰਸ਼ਕ ਨੇ ਜਿੰਨੇ ਵੀ, ਉਹਨਾਂ ਦਾ ਵੀ ਬਹੁਤ-ਬਹੁਤ ਜੀ ਧੰਨਵਾਦ। ਕਿਉਂ ਜੀ ਜੀ ਤੇ ਸਭ ਤੋਂ ਪਹਿਲਾਂ ਤਾਂ ਸਾਡੇ ਜਿਹੜੇ ਨਵੇਂ ਸਰੋਤੇ ਜੁੜੇ ਨੇ, ਦਰਸ਼ਕ ਜੁੜੇ ਨੇ, ਕਿਉਂਕਿ ਸਮੇਂ-ਸਮੇਂ ਤੇ ਨਵੇਂ ਦਰਸ਼ਕ ਜਾਂ ਸਰੋਤੇ ਜੁੜਦੇ ਰਹਿੰਦੇ ਨੇ RR ਸਵਰ ਗੰਗਾ ਨਾਲ, ਤੇ ਉਹਨਾਂ ਜੀ ਨੂੰ ਤੁਹਾਡੇ ਬਾਰੇ ਥੋੜਾ ਜਿਹਾ ਦੱਸ ਦਿਓ ਕਿ ਤੁਸੀਂ ਜੋ ਮੈਂਟਲ ਹੈਲਥ ਤੇ ਕਿਸ ਤਰ੍ਹਾਂ ਕੰਮ ਕਰਦੇ ਹੋ ਜਾਂ ਤੁਹਾਡੇ ਨਾਲ ਸੰਪਰਕ ਕਿਵੇਂ ਕੀਤਾ ਜਾ ਸਕਦਾ, ਤੇ ਥੋੜਾ ਜਿਹਾ ਚਾਨਣਾ ਪਾ ਦਿਓ। ਜੀ ਮੈਂਟਲ ਹੈਲਥ ਮਤਲਬ ਕਿ ਜਿਵੇਂ ਆਪਣੇ ਮਾਨਸਿਕ ਸਵਾਸਥਯ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਜਿਵੇਂ ਆਪਾਂ ਆਪਣੇ ਸਰੀਰ ਦਾ ਧਿਆਨ ਰੱਖਦੇ ਹਾਂ, ਫਿਜ਼ੀਕਲ ਐਕਸਰਸਾਈਜ਼, ਯੋਗਾ ਐਕਟੀਵਿਟੀਜ਼, ਜਿਮ ਵਗੈਰਾ ਜਾਂਦੇ ਹਾਂ, ਆਪਾਂ ਜੀ ਖਾਣ ਪੀਣ ਦਾ ਧਿਆਨ ਰੱਖਦੇ ਹਾਂ। ਇਸੇ ਤਰ੍ਹਾਂ ਹੀ ਆਪਣੇ ਹਾਂਜੀ ਮਾਈਂਡ ਦਾ, ਮੈਂਟਲ ਹੈਲਥ ਦਾ, ਕਿ ਆਪਣੇ ਸੋਚਣ ਦਾ ਤਰੀਕਾ ਕੀ ਆ, ਲੋਕਾਂ ਦੇ ਵਿੱਚ ਵਿਚਰਨਾ, ਹਮ ਸਮਾਜ, ਰਿਸ਼ਤੇ, ਅੱਗੇ ਵਧਣਾ, ਇਹ ਬਹੁਤ ਹਮ ਸਾਰੀਆਂ ਚੀਜ਼ਾਂ ਨਿਰਭਰ ਕਰਦੀਆਂ ਨੇ ਆਪਣੇ ਮਾਈਂਡ ਤੇ। ਅਗਰ ਆਪਣਾ ਮਾਈਂਡ ਜੀ ਪੋਜ਼ਿਟਿਵ ਹੈ, ਸਕਾਰਾਤਮਕ ਹੈ, ਤੇ ਆਪਾਂ ਬਹੁਤ ਹੀ ਵਧੀਆ ਹਮ ਤਰੀਕੇ ਨਾਲ ਅੱਗੇ ਵੱਧ ਸਕਦੇ ਹਾਂ ਤੇ ਆਪਣੇ ਰਿਸ਼ਤਿਆਂ ਨੂੰ, ਸਮਾਜ ਨੂੰ ਇੱਕ ਅੱਛੇ ਢੰਗ ਦੇ ਨਾਲ ਰੱਖ ਹਮ ਸਕਦੇ ਹਾਂ, ਉਹਨਾਂ ਦੇ ਵਿੱਚ ਰਹਿ ਸਕਦੇ ਹਾਂ। ਤੇ ਇਸ ਕਰਕੇ ਜੀ ਕੁਝ ਮਾਨਸਿਕ ਦਿੱਕਤਾਂ ਹੁੰਦੀਆਂ ਨੇ, ਕੁਝ ਡਿਸਆਰਡਰ ਐਵੇਂ ਦੇ ਹਮ ਹੁੰਦੇ ਨੇ ਕਿ ਬਹੁਤ ਸਾਰੇ ਲੋਕ ਉਦਾਸ ਰਹਿਣ ਲੱਗ ਜਾਂਦੇ ਨੇ, ਡਿਪਰੈਸ਼ਨ ਦੇ ਵਿੱਚ ਚਲੇ ਜਾਂਦੇ ਨੇ, ਘਬਰਾਹਟ ਹੋ ਜਾਣਾ, ਐਂਜ਼ਾਈਟੀ, ਓਵਰ ਥਿੰਕਿੰਗ, ਕਿ ਜ਼ਿਆਦਾ ਸੋਚਣਾ, ਚਿੰਤਾ ਕਰਨੀ, ਤੇ ਇਹੋ ਜਿਹੇ ਜੀ ਸਾਈਕੋਲੋਜੀਕਲ ਡਿਸਆਰਡਰ, OCD, ਡਿਪਰੈਸ਼ਨ, ਫੀਅਰ, ਕੁਝ ਉਹਨਾਂ ਦੇ ਇਦਾਂ ਦੇ ਹੋ ਜਾਂਦੇ ਨੇ, ਫੋਬੀਆਜ਼ ਹੁੰਦੇ ਨੇ। ਤੇ ਇਹ ਮਤਲਬ ਕਿ ਆਪਣੀ ਮਾਨਸਿਕ ਜਿਹੜੀ ਹਾਲਤ ਹੈ ਕਾਫੀ ਇੱਕ ਬਿਮਾਰੀ ਦੀ, ਬਿਮਾਰ ਹੋ ਜਾਂਦੇ ਆ ਸਾਈਕੋਲੋਜੀਕਲ ਲੈਵਲ ਤੇ। ਹਮ ਤੇ ਇਹਨੂੰ ਠੀਕ ਕਰਨਾ ਹਮ ਬਹੁਤ ਹੀ ਜ਼ਰੂਰੀ ਹੈ। ਤੇ ਇਹਨੂੰ ਠੀਕ ਕਰਨ ਵਾਸਤੇ ਬਹੁਤ ਸਾਰੇ ਸਾਈਕੋਲੋਜੀਕਲ ਤਰੀਕੇ ਨੇ, ਟੈਕਨੀਕਸ ਨੇ। ਆਪਣੀ ਸੋਚ ਦੇ ਹਮ ਪੱਧਰ ਨੂੰ ਉੱਪਰ ਲੈ ਕਰਕੇ ਆਉਣਾ, ਉਹਦੇ ਵਾਸਤੇ ਸਾਈਕੋਲੋਜੀਕਲ ਹਮ ਸਟੱਡੀ ਆਪਾਂ ਜਦੋਂ ਕਰਾਂਗੇ ਆਪਣੇ ਜੀ ਉੱਤੇ, ਉਹਨਾਂ ਟੈਕਨੀਕਸ ਨੂੰ ਫੋਲੋ ਜੀ ਕਰਾਂਗੇ, ਤਰੀਕਿਆਂ ਨੂੰ ਫੋਲੋ ਕਰਾਂਗੇ, ਤੇ ਆਪਾਂ ਆਪਣੇ ਮਾਈਂਡ ਜੀ ਦੀ ਪੋਜ਼ਿਟਿਵਿਟੀ ਨੂੰ ਬਹੁਤ ਅੱਛਾ ਬਣਾ ਸਕਦੇ ਹਾਂ। ਜੀ ਹਾਂਜੀ ਜੀ ਜੀ ਤੇ ਜਿਹੜਾ ਅੱਜ ਦੇ ਆਪਾਂ ਗੱਲਬਾਤ ਕਰਾਂਗੇ ਕਿ ਮਾਈਂਡ ਦੀ ਪੋਜ਼ਿਟਿਵ ਪ੍ਰੋਗਰਾਮਿੰਗ ਹੈਗੀ ਜਿਹੜੀ ਕਿਵੇਂ ਕਰਨੀ ਹੈਗੀ ਹੈ, ਜਾਂ ਅਸੀਂ ਓਵਰ ਥਿੰਕਿੰਗ ਜ਼ਿਆਦਾ ਸੋਚਣ ਲੱਗਦੇ ਹਾਂ ਕਿਸੇ ਵੀ ਵਿਸ਼ੇ ਤੇ ਉਸ ਨੂੰ ਜੀ। ਕਿਵੇਂ ਖਤਮ ਕਰਨਾ। ਸਭ ਤੋਂ ਪਹਿਲਾਂ ਤਾਂ ਮੈਂ ਇੱਕ ਗੱਲ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੂੰਗਾ ਕਿ ਅੱਜ ਮੈਂ ਤੁਹਾਡੀ ਇੱਕ ਗਜ਼ਲ ਦੇ ਕੁਝ ਸ਼ੇਰ ਸੀ ਉਹ ਪੜ੍ਹ ਰਿਹਾ ਸੀ, ਔਰ ਇਸ ਗੱਲ ਜੀ ਦੀ ਸ਼ੁਰੂਆਤ ਆਪਾਂ ਉੱਥੋਂ ਹੀ ਕਰਦੇ ਹਾਂ। ਔਰ ਮੈਨੂੰ ਬਹੁਤ ਵਧੀਆ ਗੱਲ ਲੱਗੀ ਕਿਉਂਕਿ ਜਿਵੇਂ ਦਾ ਅੱਜ ਕੱਲ੍ਹ ਆਪਣਾ ਟੌਪਿਕ ਆ, ਮਾਨਸਿਕ ਜੀ ਜੀ ਸਮੱਸਿਆਵਾਂ ਜਾਂ ਮਾਨਸਿਕ ਆਪਣੇ ਮਾਈਂਡ ਨੂੰ ਕਿੱਦਾਂ ਪੋਜ਼ਿਟਿਵ ਕਰਨਾ, ਉਹਦੇ ਵਿੱਚੋਂ ਇੱਕ ਜੀ ਸ਼ੇਰ ਮੈਨੂੰ ਕਾਫੀ ਵਧੀਆ ਲੱਗਿਆ, ਮੈਂ ਤੁਹਾਡੇ ਨਾਲ ਸ਼ੇਅਰ ਜ਼ਰੂਰ ਕਰੂੰਗਾ। ਤੂੰ ਜੀ ਮੱਥੇ ਚੰਨ ਸੁਨਹਿਰੇ ਰੱਖ, ਤੂੰ ਮੱਥੇ ਚੰਨ ਸੁਨਹਿਰੇ ਰੱਖ, ਤੇ ਨੈਣਾ ਵਿੱਚ ਸਵੇਰੇ ਰੱਖ। ਇਹਦੇ ਤੋਂ ਮਤਲਬ ਕਿ ਹਮ ਆਪਾਂ ਨੂੰ ਪੋਜ਼ਿਟਿਵ ਹੀ ਰਹਿਣਾ ਚਾਹੀਦਾ ਹੈ, ਤੇ ਨੈਣਾ ਦੇ ਵਿੱਚ ਜੀ ਜਿਹੜੇ ਸਵੇਰੇ ਆ, ਇੱਕ ਉਮੀਦ ਦੀ ਕਿਰਨ, ਇੱਕ ਆਸ਼ਾ, ਇੱਕ ਮੋਟੀਵੇਸ਼ਨ ਰੱਖਣਾ ਸਾਨੂੰ ਬਹੁਤ ਜ਼ਰੂਰੀ ਹੈ। ਹਰ ਕੋਈ ਅੰਦਰ ਜੀ ਆਵੇ ਨਾ, ਤੂੰ ਦਿਲ ਤੇ ਕੋਈ ਪਹਿਰਾ ਰੱਖ। ਕਿ ਜਿਵੇਂ ਛੋਟੀਆਂ ਛੋਟੀਆਂ ਹਮ ਗੱਲਾਂ ਆਪਾਂ ਆਪਣੇ ਦਿਲ ਤੇ ਲਾ ਦਿੰਦੇ ਹਾਂ, ਕਿਸੇ ਨੇ ਕੁਝ ਕਹਿ ਦਿੱਤਾ ਕਿ ਮੈਂ ਸੋਹਣਾ ਹਾਂ ਨਹੀਂ, ਜਾਂ ਮੇਰੀ ਕੋਈ ਆਪਣੀ ਕਿਸੇ ਨੇ ਕਮੀ ਹਮ ਕੱਢਤੀ, ਤੇ ਉਹ ਆਪਾਂ ਦਿਲ ਤੇ ਲਾ ਲੈਂਦੇ ਹਾਂ, ਤੇ ਉਸ ਗੱਲ ਇੱਕ ਤਣਾਅ ਬਣ ਜਾਂਦਾ ਨਾ ਉਹ। ਤੇ ਇਹ ਗੱਲ ਮੈਨੂੰ ਬਹੁਤ ਜੀ ਲੱਗੀ ਜੀ ਕਿ ਕੁਝ ਐਦਾਂ ਦਾ ਪਹਿਰਾ ਰੱਖ ਆਪਣੇ ਦਿਲ ਦੇ ਅੰਦਰ, ਹਮ ਮਤਲਬ ਕਿ ਮਾਈਂਡ ਨੂੰ ਇੰਨਾ ਸਟਰੋਂਗ ਕਰ ਤੂੰ ਕਿ ਜਿਹੜੀ ਤੇਰੇ ਅੰਦਰ ਹਾਂ ਗੱਲ ਨਾ ਆਵੇ। ਹਾਂਜੀ। ਜੀ ਤੇ ਜੀ ਬਿਲਕੁਲ ਅੱਗੇ ਬਿਲਕੁਲ ਤੁਸੀਂ ਇੱਕ ਲਿਖਿਆ ਕਿ ਸ਼ਾਕੀ ਚਿਹਰੇ, ਬਾਕੀ ਚਿਹਰੇ ਸ਼ਾਕੀ ਸ਼ੇਰ, ਮੈਨੂੰ ਕਲੀਅਰ ਨਹੀਂ ਹੈ ਥੋੜਾ, ਬਾਕੀ ਲਾ ਬਾਕੀ ਕੇ ਧਰ ਚਿਹਰੇ ਦੇ। ਲਾ ਕੇ ਧਰਦੇ। ਹਾਂਜੀ। ਬਾਕੀ ਤੇ ਚਿਹਰੇ ਲਾ ਸ਼ੀਸ਼ੇ ਕੇ ਵਰਗਾ ਇੱਕ ਧਰਦੇ, ਚਿਹਰਾ ਸ਼ੀਸ਼ੇ ਰੱਖ, ਵਰਗਾ ਚਿਹਰਾ ਰੱਖ। ਚਿਹਰਾ ਰੱਖ, ਕਿ ਜੀ ਜਦੋਂ ਆਪਣੇ ਮਾਈਂਡ ਦੇ ਵਿੱਚ ਕੌਨਫਲਿਕਟ ਕ੍ਰੀਏਟ ਹੁੰਦੇ ਆ, ਕਿ ਆਪਾਂ ਜਦੋਂ ਦੋਗਲੇਪਨ ਦੇ ਜੀ ਵਿੱਚ ਆ ਜਾਂਦੇ ਆ, ਦੋ ਚਿਹਰੇ, ਮਤਲਬ ਆਪਣੀ ਇਨਰ ਪਰਸਨੈਲਿਟੀ ਤੇ ਆਊਟਰ ਪਰਸਨੈਲਿਟੀ ਦੇ ਵਿੱਚ ਇੱਕ ਕੌਨਫਲਿਕਟ ਜਦੋਂ ਆਪਾਂ ਨੂੰ ਸਮਝ ਨਹੀਂ ਆਉਂਦਾ, ਤੇ ਉਹ ਵੀ ਕਿਤੇ ਨਾ ਕਿਤੇ ਜੀ ਆਪਣੀ ਮਾਨਸਿਕ ਸਮੱਸਿਆ ਦਾ ਕਾਰਨ ਬਣਦਾ ਹੈ। ਇਹਦੇ ਵਿੱਚ ਇਹ ਗੱਲ ਤੁਹਾਡੀ ਹਮ ਬਹੁਤ ਵਧੀਆ ਲੱਗੀ ਕਿ ਜਿਵੇਂ ਦੇ ਤੁਸੀਂ ਹੋ, ਜੀ ਉਹਨੂੰ ਕਲੀਅਰ ਰੱਖੋ, ਹਾਂ ਸਾਫ਼ ਸੁਥਰਾ ਰੱਖੋ,
ਕਿਉਂਕਿ ਅਗਰ ਆਪਾਂ ਦਿਖਾਵੇ ਦੇ ਵਿੱਚ ਚਲੇ ਗਏ, ਮੁਖੌਟੇ ਦੇ ਵਿੱਚ ਚਲੇ ਗਏ, ਤੇ ਉਹ ਆਪਣੇ ਲਈ ਹੀ ਹਾਂ ਪਰੇਸ਼ਾਨੀ ਦਾ ਕਾਰਨ ਬਿਲਕੁਲ ਬਣਦਾ ਹੈ। ਹਾਂਜੀ। ਜੀ ਜੀ ਤੇ ਜੀ ਬਿਲਕੁਲ ਬਿਲਕੁਲ ਸਹੀ ਕਹਿ ਰਹੇ ਹੋ ਤੇ ਤੁਸੀਂ। ਇਹ ਅੱਜ ਤੇ ਦੇ ਜਦੋਂ ਟੌਪਿਕ ਤੇ ਤੁਹਾਡਾ ਇਹ ਸ਼ੇਅਰ ਜਿਹੜਾ ਬਹੁਤ ਹੀ ਢੁਕਦਾ ਸੀਗਾ। ਜੀ 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 ਹਾਂਜੀ ਸ਼ੁਕਰੀਆ। ਬਸ ਏਦਾਂ ਹੁੰਦਾ ਕਿ ਸਮਾਂ ਵਕਤ ਜਦੋਂ ਕਹਿੰਦੇ ਹੁੰਦੇ ਆ ਕਿ ਜਿੱਥੇ ਨਾ ਪਹੁੰਚੇ ਰਵੀ ਤੇ ਉੱਥੇ ਪਹੁੰਚੇ ਕਵੀ ਤੇ ਐਬਸੋਲੂਟਲੀ। ਸੋਚ ਕਿਹੜੇ ਵੇਲੇ ਬੈਠਿਆ ਕਿੱਥੇ ਪਹੁੰਚਦੀ ਆ ਤੇ ਸਾਡੇ ਤੋਂ ਲਿਖਿਆ ਜਾਂਦਾ ਤੇ ਉਸ ਨੂੰ ਤੁਸੀਂ ਇਸ ਲਹਿਜੇ ਨਾਲ ਵਰਤਿਆ ਤੇ ਚੰਗਾ ਲੱਗਿਆ ਮੈਨੂੰ। ਤੇ ਮੈਂ ਹੁਣ ਇਸ ਲਹਿਜੇ ਸ਼ਾਇਦ ਮੈਂ ਲਿਖਿਆ ਇਸ ਲਹਿਜੇ ਨਾਲ ਨਹੀਂ ਸੀ ਉਹ ਕਿਉਂਕਿ ਜਦੋਂ ਮੈਂ ਮੈਂ ਐਜ ਏ ਲਿਖਿਆ ਸੀ। ਸਾਈਕੋਲੋਜਿਸਟ, ਜਿਵੇਂ ਕਿ ਆਪਾਂ ਹਾਂ ਸਾਈਕੋਲੋਜੀਕਲ ਐਜੂਕੇਸ਼ਨ ਦੇ ਨਾਲ ਜੁੜੇ ਹੋਏ ਜੀ ਆ, ਜੀ ਤੇ ਉਹ ਮਨ ਦੀ ਗੱਲ, ਜੀ 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 ਮਨ ਦੇ ਪੱਧਰ ਤੇ ਜਦੋਂ ਆਪਾਂ ਜੀ ਸੋਚਾਂਗੇ ਤੇ ਉਹ ਚੀਜ਼ਾਂ ਆਟੋਮੈਟਿਕਲੀ ਕਨੈਕਟ ਹੋਣਗੀਆਂ। ਹਾਂ ਹਾਂ ਬਿਲਕੁਲ ਬਿਲਕੁਲ। ਤੇ ਲਿਖਣ ਵਾਲਾ ਸਾਰਿਆਂ ਤੇ ਹੀ ਹੁੰਦਾ, ਲਿਖਣ ਵਾਲਾ ਕਦੋਂ ਕੀ ਲਿਖਦਾ ਉਹ ਉਸੇ ਨੂੰ ਪਤਾ ਕਿ ਉਹ ਕਿਸ ਕਿਹੜੇ ਵੇਲੇ ਕਿਸ ਸਮਾਧੀ 'ਚ ਬੈਠਾ ਤੇ ਕਿਉਂ ਲਿਖ ਰਿਹਾ। ਪਰ ਸਾਹਮਣੇ ਵਾਲਾ ਜੋ ਜੋ ਉਹਦੇ ਪਾਠਕ ਹੁੰਦੇ ਆ ਉਹਨੂੰ ਉਸ ਵੇ ਨਾਲ ਲੈਂਦੇ ਆ, ਉਹ ਆਪਣੇ ਨਾਲ ਰਿਲੇਟ ਕਰਦੇ ਆ ਜਾਂ ਉਸ ਸਮੇਂ ਜਿਹੜਾ ਸਮਾਂ ਹੁੰਦਾ ਉਸ ਨਾਲ। ਤੇ ਉਸੇ ਤਰ੍ਹਾਂ ਇਹ ਸ਼ੇਅਰ ਸੀ ਤੇ ਉਹੀ ਗੱਲਬਾਤ ਆਪਾਂ ਕਰ ਰਹੇ ਹੈਗੇ ਆ ਕਿ ਜਦੋਂ ਆਪਾਂ ਕਿਸੇ ਵਿਸ਼ੇ ਨੂੰ ਲੈ ਕੇ ਓਵਰ ਥਿੰਕਿੰਗ ਜ਼ਿਆਦਾ ਸੋਚਣ ਲੱਗਦੇ ਆਂਗੇ ਤੇ ਇਸ ਬਾਰੇ ਤੁਹਾਡੀ ਕੀ ਰਾਏ? ਕਿਉਂਕਿ ਕਈ ਵਾਰੀ ਬਹੁਤ ਸਾਰੇ ਇਹੋ ਜਿਹੇ ਉਹਦੇ ਨਾਲ ਕਹਿ ਸਕਦੇ ਆ ਕਿੱਤੇ ਨਾਲ ਮੈਂ ਜੁੜੀ ਹੈਗੀ ਆ ਕਿ ਬਹੁਤ ਸਾਰੇ ਲੋਕਾਂ ਨਾਲ ਵਾਹ ਪੈਂਦਾ ਜਾਂ ਫੋਨ ਕਾਲਸ ਆਉਂਦੀਆਂ ਹਨਾ ਕਿ ਜੀ ਕਿਸੇ ਵੀ ਚੀਜ਼ ਨੂੰ ਲੈ ਕੇ ਆਪਾਂ ਜ਼ਿਆਦਾ ਸੋਚਣ ਲੱਗਦੇ ਆ, ਉਸ ਤੇ ਵਾਰ-ਵਾਰ ਸੋਚਦੇ ਆ, ਜਿਹਦੇ ਨਾਲ ਹੋਰ ਬਹੁਤ ਸਾਰੀਆਂ ਪ੍ਰੋਬਲਮਸ ਜਿਵੇਂ ਡਿਪਰੈਸ਼ਨ 'ਚ ਚਲੇ ਜਾਂਦੇ ਹੈਗੇ ਆ। ਇਸ ਨੂੰ ਲੈ ਕੇ ਜੀ ਤੁਸੀਂ ਕੀ ਕਹੋਗੇ? ਜੀ ਦੇਖਿए, ਓਵਰ ਥਿੰਕਿੰਗ ਬਹੁਤ ਸਾਰੇ ਲੋਕ ਕਰਦੇ ਨੇ, ਔਰ ਉਹਦਾ ਸਭ ਤੋਂ ਵੱਡਾ ਕਾਰਨ ਕਿਤੇ ਨਾ ਕਿਤੇ ਮਾਈਂਡ ਦੇ ਵਿੱਚ ਉਹਨਾਂ ਦੀ ਹਮ, ਕਲੈਰਿਟੀ ਨਹੀਂ ਹੈ ਕਿਸੇ ਵੀ ਚੀਜ਼ ਕਨਸੈਪਟ ਨੂੰ ਲੈ ਕੇ ਜਿਸ ਦੇ ਉੱਤੇ ਉਹ ਓਵਰ ਥਿੰਕਿੰਗ ਕਰ ਰਹੇ ਨੇ। ਇਸ ਕਰਕੇ ਇਹਦਾ ਇੱਕ ਹਮ, ਟੈਕਨੀਕ ਆ, ਟੈਕਨੀਕ ਦੇ ਵਿੱਚ ਮੈਂ ਕਈ ਵਾਰੀ ਇਹ ਚੀਜ਼ਾਂ ਯੂਜ਼ ਕਰਦੇ ਹਾਂ ਅਸੀਂ, ਕਿ ਤੁਸੀਂ ਜਿੰਨੇ ਵੀ ਜੀ ਤੁਹਾਡੇ ਥਾਟ ਚੱਲ ਰਹੇ ਨੇ, ਜਿਸ ਟੌਪਿਕ ਦੇ ਉੱਤੇ ਹਮ, ਤੁਸੀਂ ਓਵਰ ਥਿੰਕਿੰਗ ਕਰ ਰਹੇ ਹੋ, ਲਾਈਫ ਦੇ ਉੱਤੇ, ਕਿਸੇ ਐਗਜ਼ਾਮ ਦੇ ਉੱਤੇ, ਕਿ ਮੈਨੂੰ ਕੋਈ ਮੈਂ ਫੇਲ ਹੋ ਜਾਵਾਂਗਾ ਜਾਂ ਇਸ ਤਰ੍ਹਾਂ ਹੋ ਜਾਏਗਾ, ਮੇਰੀ ਲਾਈਫ 'ਚ ਇੱਦਾਂ ਇੱਦਾਂ ਹੋ ਜਾਏਗਾ, ਤੇ ਉਹ ਤਰੀਕਾ ਅਸੀਂ ਇਹ ਵਰਤਦੇ ਹਾਂ ਕਿ ਇਹਨੂੰ ਲਿਖਣਾ ਸ਼ੁਰੂ ਕਰੋ। ਜਿੰਨੇ ਵੀ ਤੁਹਾਡੇ ਚਾਹੇ ਨੈਗੇਟਿਵ ਥਾਟ ਆ ਤਾਂ ਉਹਨੂੰ ਨੈਗੇਟਿਵ ਥਾਟਸ ਨੂੰ ਲਿਖਣਾ ਸ਼ੁਰੂ ਕਰੋ। ਔਰ ਜਦੋਂ ਆਪਾਂ ਜੀ ਜੀ ਪੂਰੀ ਤਰ੍ਹਾਂ ਓਵਰ ਥਿੰਕਿੰਗ ਕਰ ਲਈ, ਲਿਖ ਲਿਆ ਉਹਨਾਂ ਨੂੰ, ਹਮ, ਫਿਰ ਜਦੋਂ ਆਪਾਂ ਜੀ ਦੁਬਾਰੇ ਉਹਨਾਂ ਨੂੰ ਸਟੱਡੀ ਕਰਾਂਗੇ ਤੇ ਆਪਣੀ ਸਟੈਪ ਬਾਏ ਸਟੈਪ ਆਪਾਂ ਨੂੰ ਪਤਾ ਲੱਗੂਗਾ ਕਿ ਆਪਾਂ ਸ਼ੁਰੂ ਕਿੱਥੋਂ ਕੀਤਾ ਸੀ ਤੇ ਐਂਡ ਕਿੱਥੇ ਪਹੁੰਚ ਗਏ, ਸੋਚਦੇ ਸੋਚਦੇ ਜੀ ਜੀ ਉਹਨਾਂ ਜੀ ਦੋਵਾਂ ਸਿਰਿਆਂ ਨੂੰ ਆਪਾਂ ਸਮਝ ਸਕਦੇ ਹਾਂ, ਤੇ ਫਿਰ ਇੱਕ ਸੋਲੂਸ਼ਨ ਤੇ ਹਮ, ਪਹੁੰਚ ਸਕਦੇ ਹਾਂ, ਤੇ ਆਪਾਂ ਨੂੰ ਇੱਕ ਉਹਦਾ ਰਿਜ਼ਲਟ ਵੀ ਮਿਲੂਗਾ ਤੇ ਓਵਰ ਥਿੰਕਿੰਗ ਜੀ ਸਟਾਪ ਵੀ ਹੋਏਗੀ। ਔਰ ਦੂਸਰੀ ਗੱਲ, ਉਹਦੇ ਵਿੱਚ ਬਾਅਦ ਵਿੱਚ ਤੁਸੀਂ ਫੀਅਰ ਦੇਖੋਗੇ ਕਿ ਮੈਂ ਇੱਕ ਇਲੂਜ਼ਨਰੀ ਹਮ, ਥਿੰਕਿੰਗ ਦੇ ਵਿੱਚ ਜਾ ਰਿਹਾ ਜਾਂ ਐਕਚੁਅਲ ਵਿੱਚ ਮੈਨੂੰ ਉਹਨਾਂ ਸੋਚਣ ਦੀ ਲੋੜ ਆ। ਇੱਕ ਪੋਜ਼ਿਟਿਵ ਸੋਚਣਾ, ਜੀ ਇੱਕ ਨੈਗੇਟਿਵ ਸੋਚਣਾ, ਉਹਦੇ ਵਿੱਚ ਤੁਹਾਨੂੰ ਨੈਗੇਟਿਵਿਟੀ ਤੇ ਤੁਹਾਨੂੰ ਪੋਜ਼ਿਟਿਵਿਟੀ ਕਲੀਅਰ ਨਜ਼ਰ ਆਊਗੀ, ਲੇਕਿਨ ਉਹਦਾ ਤਰੀਕਾ ਜੀ ਤੁਹਾਨੂੰ ਇਹ ਵਰਤਣਾ ਪਊਗਾ ਕਿ ਤੁਹਾਨੂੰ ਲਿਖਣਾ ਜ਼ਰੂਰ ਪਊਗਾ। ਹਮ ਲਿਖ ਕੇ ਤੁਸੀਂ ਉਸ ਓਵਰ ਠੀਕ ਥਿੰਕਿੰਗ ਨੂੰ ਸਟਾਪ ਕਰ ਸਕਦੇ ਹੋ, ਚੀਜ਼ਾਂ ਜੀ ਨੂੰ ਸਮਝ ਸਕਦੇ ਜੀ 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 ਠੀਕ ਹੈ। ਤੇ ਉਸ ਤੋਂ ਬਾਅਦ ਮਤਲਬ ਜੇ ਕਿਸੇ ਨਾਲ ਜਿਵੇਂ ਤੁਹਾਡੇ ਨਾਲ ਰਾਬਤਾ ਕਾਇਮ ਕਰਨਾ ਹੋਵੇ ਜਾਂ ਇਸ ਵਿਸ਼ੇ ਤੇ ਸਲਾਹ ਲੈਣੀ ਹੋਵੇ ਤਾਂ ਹੋ। ਜੀ ਕਿਵੇਂ ਕੰਟੈਕਟ ਕੀਤਾ ਜਾ ਸਕਦਾ? ਇਹ ਵੀ ਤੁਸੀਂ ਸਾਡੇ ਸਰੋਤਿਆਂ ਨੂੰ ਨਾਲ ਦੀ ਨਾਲ ਸਾਡੇ ਦਰਸ਼ਕਾਂ ਨੂੰ ਦੱਸ ਦਿਓ। ਜੀ, ਇਹਦੇ ਵਾਸਤੇ ਦੇਖੋ, ਇੱਕ YouTube ਤੇ ਸਾਡੇ ਚੈਨਲ ਵੀ ਹੈ ਮੇਰੇ ਨਾਮ ਤੋਂ, ਦਿਲਬਾਗ ਸਿੰਘ ਦੇ ਨਾਮ ਤੋਂ, ਫੇਸਬੁੱਕ ਤੇ ਉਹਦੇ ਤੇ ਕੰਟੈਕਟ ਨੰਬਰ ਵੀ ਹੁੰਦੇ ਨੇ, ਉਹਨਾਂ ਨੰਬਰਾਂ ਤੇ ਸੰਪਰਕ ਕਰ ਜੀ ਸਕਦੇ ਨੇ, ਫੋਨ ਤੇ ਆਨਲਾਈਨ ਕੰਸਲਟ ਵੀ ਕਰ ਸਕਦੇ ਨੇ, ਅਗਰ ਉਹ ਮਿਲਣਾ ਚਾਹਣ ਤੇ ਉਹ ਮਿਲ ਵੀ ਸਕਦੇ ਨੇ। ਜੀ 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 ਹਾਂਜੀ ਠੀਕ ਹੈ। ਤੇ ਇਸ ਜਦੋਂ ਓਵਰ ਥਿੰਕਿੰਗ ਕਿਸੇ ਵੀ ਵਿਸ਼ੇ ਤੇ ਕਰਦੇ ਆ ਜਾਂ ਕੀਤੀ ਜਾਂਦੀ ਹੈ ਕਿਸੇ ਵੀ ਸਬਜੈਕਟ ਤੇ ਉਹਦੇ ਨਾਲ ਹੋਰ ਕਿਹੜੀਆਂ ਬਿਮਾਰੀਆਂ ਨਾਲ ਜਨਮ ਲੈਂਦੀਆਂ? ਕੀ ਉਹਦੇ ਠੀਕ, ਲੱਛਣ ਹੋ ਸਕਦੇ ਨੇ? ਕਿਉਂਕਿ ਉਹਦੇ ਆਮ ਅਸਰ ਲੋਕਾਂ ਦੇਖੋ, ਨੂੰ ਇਹ ਚੀਜ਼ਾਂ ਪਤਾ ਨਹੀਂ ਹੁੰਦਾ। ਜੀ ਬਿਲਕੁਲ, ਕਿ ਅਸੀਂ ਓਵਰ ਥਿੰਕਿੰਗ ਦੇ ਹਾਂ ਵਿੱਚ ਹਾਂ ਜਾ ਰਹੇ ਹਾਂ, ਉਹਨਾਂ ਨੂੰ ਲੱਗਦਾ ਹੁੰਦਾ ਕਿ ਇੱਕ ਨਾਰਮਲ ਜੀ ਗੱਲ ਆ, ਤੇ ਉਹਦੇ ਅਸਰ ਹੂੰ ਤੁਹਾਡੀ ਬੋਡੀ ਤੇ ਪੈਣਗੇ, ਤੁਹਾਡੇ ਮਾਈਂਡ ਤੇ ਆਉਣਗੇ, ਤੁਹਾਨੂੰ ਸਰੀਰਕ ਜੀ ਲੈਵਲ ਤੇ ਵੀ ਕੁਝ ਪ੍ਰੋਬਲਮਸ ਹੋਣੀਆਂ ਸ਼ੁਰੂ ਹੋਣਗੀਆਂ, ਜਿਵੇਂ ਕਿ ਕਨਸਟੀਪੇਸ਼ਨ ਜੀ ਦੀ ਜੀ ਪ੍ਰੋਬਲਮ ਵੀ ਓਵਰ ਥਿੰਕਿੰਗ ਦੇ ਨਾਲ ਰਿਲੇਟ ਹੁੰਦੀ ਰਹਿੰਦੀ ਹੈ। ਹੋਰ ਪੇਟ ਦੀ ਪ੍ਰੋਬਲਮਸ ਜੀ ਨੂੰ ਜੀ ਲੈ ਕੇ ਵੀ ਕਈ ਵਾਰੀ ਓਵਰ ਥਿੰਕਿੰਗ ਨਾਲ ਹੀ ਸਮੱਸਿਆ ਆਉਂਦੀਆਂ ਨੇ, ਤੇ ਜੀ ਫੀਅਰ ਹੋਰ ਵੱਧਦਾ ਜਾਊਗਾ ਔਰ ਇੱਕ ਇਲੂਜਨ ਦੇ ਵਿੱਚ ਚਲੇ ਜਾਣਗੇ। ਫਿਰ ਉਹ ਕਿਤੇ ਵੀ ਸਿੱਟੇ ਤੇ ਨਹੀਂ ਪਹੁੰਚਣਗੇ, ਉਹ ਸਾਈਕੋਲੋਜੀਕਲੀ ਤੇ ਫਿਜ਼ੀਕਲੀ ਦੋਨੋਂ ਹੀ ਤਰ੍ਹਾਂ ਬਿਮਾਰ ਹੋ ਹੂੰ ਜਾਣਗੇ, ਤੇ ਉਹ ਪੋਜ਼ਿਟਿਵ ਰਿਜ਼ਲਟ ਜੋ ਜੀ ਉਹਨਾਂ ਨੂੰ ਲਾਈਫ ਵਿੱਚ ਚਾਹੀਦਾ ਉਹ ਨਹੀਂ ਲੈ ਪਾਉਣਗੇ। ਤੇ ਇਸ ਕਰਕੇ ਓਵਰ ਹੂੰ ਥਿੰਕਿੰਗ ਦਾ ਇੱਕ ਨੈਗੇਟਿਵ ਸਾਈਡ ਇਹ ਵੀ ਆ।
ਜੀ ਤੇ ਜੇ ਅਗਰ ਆਪਾਂ ਪੋਜ਼ਿਟਿਵ ਤਰੀਕੇ ਨਾਲ ਓਵਰਥਿੰਕਿੰਗ ਕਰਦੇ ਹਾਂ ਕਿ ਮੈਂ ਲਾਈਫ 'ਚ ਕੀ ਕਰਨਾ ਹੈ, ਅੱਗੇ ਵਧਣਾ ਹੈ, ਤੇ ਉਹ ਕਿਤੇ ਨਾ ਕਿਤੇ ਤੁਹਾਡੀ ਲਾਈਫ ਦੇ ਉੱਤੇ ਪੋਜ਼ਿਟਿਵ ਇੰਪੈਕਟ ਵੀ ਪਾਉਂਦਾ ਹੈ, ਇੱਕ ਚੰਗਾ ਪ੍ਰਭਾਵ ਵੀ ਪਾਉਂਦਾ ਹੈ ਕਿ ਤੁਸੀਂ ਕੁਝ ਕਰਨ ਵਾਸਤੇ ਤਿਆਰ ਹੋ ਰਹੇ ਹੋ ਜਾਂ ਆਪਣੇ ਆਪ ਨੂੰ ਤਿਆਰ ਕਰ ਰਹੇ ਹੋ। ਫਿਰ ਉਹਦੇ ਵਿੱਚ ਕੀ ਹੈ ਕਿ ਸਾਨੂੰ ਜਲਦੀ ਜਲਦੀ ਓਵਰ ਥਿੰਕਿੰਗ ਦੇ ਨਾਲ ਅਗਰ ਆਪਾਂ ਐਕਸ਼ਨ ਨਹੀਂ ਲੈਂਦੇ, ਅਗਰ ਆਪਾਂ ਐਕਸ਼ਨ ਨਹੀਂ ਲਵਾਂਗੇ ਤੇ ਓਵਰ ਥਿੰਕਿੰਗ ਸਿਰਫ ਥਿੰਕਿੰਗ ਹੀ ਰਹਿ ਜੂਗੀ। ਉਹ ਆਈਡੀਆ ਮਾਈਂਡ ਦੇ ਵਿੱਚ ਚੱਲਦਾ ਸਿਰਫ ਇੱਕ ਆਈਡੀਆ ਹੀ ਰਹਿ ਜੂਗਾ, ਉਹ ਇੰਪਲੀਮੈਂਟ ਕਦੇ ਨਹੀਂ ਹੋ ਸਕਦਾ, ਉਹ ਕੋਈ ਰੂਪ ਨਹੀਂ ਲੈ ਸਕਦਾ। ਕਿ ਜਿਵੇਂ ਤੁਹਾਡੀ ਜਿਵੇਂ ਅੱਜ ਮੈਂ ਦੇਖਿਆ ਕਿ ਜਿਵੇਂ ਗਜ਼ਲ ਤੁਸੀਂ ਲਿਖੀ ਔਰ ਉਹਦੇ ਵਿੱਚ ਜੋ ਸ਼ਾਇਰ ਸੀਗੇ, ਤੁਹਾਡੇ ਵਿਚਾਰ ਆਏ, ਉਹ ਥਿੰਕਿੰਗ ਆਈ, ਤੁਹਾਡੀ ਸਮਝ ਉੱਥੋਂ ਤੱਕ ਗਈ, ਤੁਸੀਂ ਉਹਨੂੰ ਪਰੋਤਾ, ਉਹ ਇੱਕ ਕਿਤਾਬ ਦਾ ਰੂਪ ਲੈ ਲਿਆ, ਉਹਨੇ ਇੱਕ ਗਜ਼ਲ ਦਾ ਰੂਪ ਲੈ ਲਿਆ, ਇੱਕ ਕਹਾਣੀ ਦਾ ਰੂਪ ਲੈ ਲਿਆ, ਇੱਕ ਸਟੋਰੀ ਦਾ ਰੂਪ ਲੈ ਲਿਆ, ਇੱਕ ਸ਼ੇਅਰ ਦਾ ਰੂਪ ਲੈ ਲਿਆ, ਉਹਨੂੰ ਤੁਸੀਂ ਇੰਪਲੀਮੈਂਟ ਕਰਤਾ। ਅਗਰ ਤੁਸੀਂ ਨਾ ਲਿਖਦੇ, ਉਹ ਚੰਗਾ 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 ਚੱਲਦਾ ਤੁਹਾਡੇ ਮਾਈਂਡ 'ਚ ਹੀ ਰਹਿ ਜਾਣਾ ਸੀ, ਤੇ ਉਹਨੂੰ ਸ਼ਾਇਦ ਅੱਜ ਮੈਂ ਨਾ ਪੜ੍ਹ ਪਾਉਂਦਾ ਜਾਂ ਹੋਰ ਬਹੁਤ ਸਾਰੇ ਲੋਕ ਜੋ ਪੜ੍ਹਦੇ ਨੇ ਉਹ ਨਾ ਪੜ੍ਹ ਪਾਉਂਦੇ। ਤੇ ਉਹ ਜਿਹੜੀ ਓਵਰ ਥਿੰਕਿੰਗ ਚੱਲ ਰਹੀ ਆ, ਉਹ ਪੋਜ਼ਿਟਿਵ ਜਾਂ ਨੈਗੇਟਿਵ ਤਰ੍ਹਾਂ ਦੀ ਆ, ਉਹਨੂੰ ਇੰਪਲੀਮੈਂਟ ਕਰਨ ਦੀ ਕੋਸ਼ਿਸ਼ ਕਰੋ, ਉਹ ਤੋਂ ਜਲਦੀ ਰਿਜ਼ਲਟ ਲੈਣ ਦੀ ਕੋਸ਼ਿਸ਼ ਕਰੋ। ਅਗਰ ਤੁਹਾਨੂੰ ਲੱਗ ਰਿਹਾ ਕਿ ਉਹ ਨੈਗੇਟਿਵ ਹੈ ਤੇ ਉਹਨੂੰ ਸਟਾਪ ਕਰਨ ਦੀ ਕੋਸ਼ਿਸ਼ ਕਰੋ, ਅਗਰ ਉਹ ਪੋਜ਼ਿਟਿਵ ਸਾਈਡ ਦੀ ਹੈ ਤੇ ਉਹਨੂੰ ਜਲਦੀ ਤੋਂ ਜਲਦੀ ਇੰਪਲੀਮੈਂਟ ਕਰਨ ਦੀ ਕੋਸ਼ਿਸ਼ ਕਰ ਦਿਓ। ਸੋਚਣਾ ਗਲਤ ਨਹੀਂ ਆ, ਓਵਰ ਥਿੰਕਿੰਗ ਬੁਰੀ ਨਹੀਂ ਆ, ਇੱਥੋਂ ਆਪਣੀ ਲਾਈਫ ਸੁਧਾਰੀ ਹੀ ਜਾ ਸਕਦੀ ਹੈ। ਜੀ 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 ਜਿਵੇਂ ਤੁਸੀਂ ਕਿਹਾ ਕਿ ਦੋ ਤਰ੍ਹਾਂ ਦੀ ਹੁੰਦੀ ਹੈ, ਨੈਗੇਟਿਵ ਤੇ ਪੋਜ਼ਿਟਿਵ, ਹੈਨਾ। ਹਾਂਜੀ ਤੇ ਜਿੰਨਾ ਮੈਂ ਸੋਚਦੀ ਹਾਂ ਕਿ ਬਈ ਜਿਹੜੇ ਲੋਕ ਕਿਸੇ ਮੁਕਾਮ ਤੇ ਪਹੁੰਚਦੇ ਨੇ, ਕੋਈ ਹਾਂਜੀ ਨਾ ਕੋਈ ਸੁਪਨਾ ਲੈ ਕੇ ਚੱਲਦੇ ਨੇ, ਆਪਣੀ ਮੰਜ਼ਿਲ ਤੇ ਪਹੁੰਚਦੇ ਨੇ, ਤੇ ਉਹਨਾਂ ਦੀ ਥਿੰਕਿੰਗ ਪੋਜ਼ਿਟਿਵ ਹੁੰਦੀ ਹੈ, ਬਿਲਕੁਲ ਜੀ। ਠੀਕ ਹੈ। ਪਰ ਕਈ ਵਾਰ ਅਸਫਲ ਵੀ ਹੁੰਦੇ ਨੇ, ਠੀਕ ਹੈ। ਹਾਂਜੀ ਜਦੋਂ ਥਿੰਕਿੰਗ ਤਾਂ ਪੋਜ਼ਿਟਿਵ ਹੀ ਹੁੰਦੀ ਹੈ, ਪਰ ਜਦੋਂ ਉਸ ਮੰਜ਼ਿਲ ਵੱਲ ਵੱਧ ਰਹੇ ਹੁੰਦੇ ਨੇ ਤਾਂ ਕਈ ਵਾਰ ਉਹ ਹੌਸਲਾ ਹਾਰ ਜਾਂਦੇ ਨੇ ਜਾਂ ਫਿਰ ਅਸਫਲ ਹੋ ਜਾਂਦੇ ਨੇ। ਤਾਂ ਫਿਰ ਉਹਦੇ ਕੀ ਕਾਰਨ ਹੁੰਦੇ ਆ? ਕਿਉਂਕਿ ਥਿੰਕਿੰਗ ਤਾਂ ਪੋਜ਼ਿਟਿਵ ਲੈ ਕੇ ਚੱਲ ਰਹੇ ਆ ਕਿ ਅਸੀਂ ਲਾਈਫ 'ਚ ਇਹ ਕਰਨਾ ਹੈਗਾ, ਤੇ ਉਹ ਉਸ ਰਾਹ ਤੇ ਵੀ ਚੱਲ ਰਹੇ ਆ, ਉਹ ਬਕਾਇਦਾ ਮਿਹਨਤ ਵੀ ਕਰ ਰਹੇ ਆ, ਤੇ ਕਿਤੇ ਨਾ ਕਿਤੇ ਜਾ ਕੇ ਇਹ ਹੋ ਜਾਂਦਾ, ਜੇ ਆਪਾਂ ਮਾਰਕਸ ਦੀ ਗੱਲ ਕਰ ਲਈਏ ਵੀ ਕਹਿ ਦਿੰਦੇ ਆ ਵੀ 1-2 ਨੰਬਰਾਂ ਤੋਂ ਰਹਿ ਗਿਆ ਜੀ, ਨਹੀਂ ਤਾਂ ਆਪਾਂ ਨੂੰ ਇਹ ਜੌਬ ਮਿਲ ਜਾਣੀ ਸੀ ਜਾਂ ਪੇਪਰ ਕਲੈਰੀਫਾਈ ਜਾਂ ਕੁਆਲੀਫਾਈ ਕਰ ਲੈਣਾ ਸੀਗਾ ਆਪਾਂ। ਪਰ ਜੀ ਫਿਰ ਉਹਦੇ ਜੀ ਕੀ ਕਾਰਨ ਹੁੰਦੇ ਆ? ਕਿਉਂਕਿ ਮਿਹਨਤ ਆਪਾਂ ਨੇ ਓਨੀ ਕੀਤੀ, ਥਿੰਕਿੰਗ ਹਾਂਜੀ ਵੀ ਪੋਜ਼ਿਟਿਵ ਰੱਖੀ, ਫਿਰ ਉਹਦੇ ਜੀ ਕੀ ਕਾਰਨ ਹੁੰਦੇ ਆ? ਦੇਖੋ, ਸਭ ਤੋਂ ਜੀ ਪਹਿਲਾਂ ਤੇ ਆਪਾਂ ਨੂੰ ਇਹ ਸਮਝਣਾ ਪਊਗਾ ਕਿ ਜਿੱਥੇ ਜਾ ਕੇ ਆਪਾਂ ਉਚਾਈ ਤੇ ਜਾ ਕੇ ਅਗਰ ਫੇਲ ਹੋ ਗਏ ਕਿਤੇ ਨਾ ਕਿਤੇ, ਐਂਡ ਤੇ ਜਾ ਕੇ ਆਪਾਂ ਫੇਲ ਹੋ ਗਏ, ਮਿਹਨਤ ਕੀਤੀ ਜਿਵੇਂ ਤੁਸੀਂ ਗੱਲ ਕਰ ਰਹੇ ਹੋ, ਤੇ ਸਾਨੂੰ ਇਸ ਗੱਲ ਨੂੰ ਸਮਝਣਾ ਪਊਗਾ ਕਿ ਉਹ ਐਂਡ ਨਹੀਂ ਆਪਣੀ ਲਾਈਫ ਦਾ, ਉਹ ਇੱਕ ਫੇਲੀਅਰ ਸਾਡੀ ਲਾਈਫ ਦਾ ਐਂਡ ਨਹੀਂ ਹੈ। ਉਹ ਤੁਸੀਂ ਦੇਖੋ ਕਿ ਅਗਰ ਤੁਹਾਡੇ ਉਹ ਫੇਲੀਅਰ ਆਇਆ ਹੈ, ਉਹਦੀਆਂ ਪਾਸਟ ਮਿਸਟੇਕਸ ਹੋਣਗੀਆਂ, ਤੁਸੀਂ ਕੁਝ ਗਲਤੀਆਂ ਕੀਤੀਆਂ, ਹੋ ਸਕਦਾ ਕੁਛ ਚੰਗੇ, ਜਿਵੇਂ ਤੁਸੀਂ ਐਜੂਕੇਸ਼ਨ ਦੀ ਗੱਲ ਕੀਤੀ, ਫੇਲ ਹੋ ਗਏ, ਜਾਂ ਇੱਕ ਨੰਬਰ ਆ ਜਾਂਦਾ ਤੇ ਇਸ ਤਰ੍ਹਾਂ ਹੋ ਜਾਂਦਾ, ਜੌਬ ਮਿਲ ਜਾਂਦੀ ਜਾਂ ਇਹ ਹੋ ਜਾਂਦਾ, ਤੇ ਉਹ ਤੁਸੀਂ ਆਪਣੀ ਇੱਕ ਮਿਸਟੇਕ ਨੂੰ ਦੇਖੋ। ਅਗਰ ਤੁਹਾਡਾ ਮਾਈਂਡ ਫਲੈਕਸੀਬਲ ਹੈ, ਕਿ ਮਾਈਂਡ ਇੰਨਾ ਪੋਜ਼ਿਟਿਵ ਹੈਗਾ, ਤੇ ਉਹ ਫਲੈਕਸੀਬਲ ਮਾਈਂਡ ਵਾਲਾ ਵਿਅਕਤੀ ਕੀ ਕਰੂਗਾ? ਉਹ ਆਪਣੀ ਮਿਸਟੇਕ ਦੇਖੂਗਾ, ਫਿਰ ਉਹਦੇ ਵਿੱਚ ਸੁਧਾਰ ਕਰੂਗਾ, ਫਿਰ ਉਹ ਨੈਕਸਟ ਅਟੈਂਪਟ ਹੋਰ ਵਧੀਆ ਤਰੀਕੇ ਨਾਲ ਕਰਨ ਦੀ ਕੋਸ਼ਿਸ਼ ਕਰੂਗਾ, ਤੇ ਉਹਦੀ ਲਾਈਫ ਸੋਲਵ ਹੋ ਜਾਏਗੀ। ਤੇ ਅਗਰ ਉਹ ਪਰੇਸ਼ਾਨ ਉਦੋਂ ਹੋਊਗਾ ਜਦੋਂ ਉਹਦੀ ਅੰਡਰਸਟੈਂਡਿੰਗ ਦੇ ਵਿੱਚ ਪ੍ਰੋਬਲਮ ਆ, ਸਮਝ ਦੇ ਵਿੱਚ ਉਹਦੀ ਇਹ ਪ੍ਰੋਬਲਮ ਹੈ ਕਿ ਇਹੀ ਮੇਰੀ ਲਾਈਫ ਦਾ ਗੋਲ ਸੀ ਤੇ ਉਹ ਖਤਮ ਹੋ ਗਿਆ। ਲਾਈਫ ਉੱਤੇ ਕਦੇ ਖਤਮ ਨਹੀਂ ਹੁੰਦੀ, ਕਿਸੇ ਵੀ ਫੇਲੀਅਰ ਤੇ ਜਾ ਕੇ ਲਾਈਫ ਖਤਮ ਨਹੀਂ ਹੁੰਦੀ। ਅਗਰ ਉਸ ਐਟੀਟਿਊਡ ਨਾਲ ਚੱਲੋਗੇ ਤਾਂ ਤੁਸੀਂ ਬਹੁਤ ਕੁਝ ਆਪਣੇ ਉਸ ਫੇਲੀਅਰ ਚੋਂ ਹੀ ਕੱਢ ਸਕਦੇ ਹੋ। ਜੀ ਪਰ ਅੱਜ ਕੱਲ ਜਿਵੇਂ ਦੇਖਣ ਚ ਆਇਆ, ਬਹੁਤ ਸਾਰੀਆਂ ਖਬਰਾਂ ਤਾਂ ਸਾਡੇ ਤੀਕ ਪਹੁੰਚ ਜਾਂਦੀਆਂ ਨੇ, ਪਰ ਕਈ ਦੱਬ ਜਾਂਦੀਆਂ ਜਾਂ ਦਬਾ ਲਈਆਂ ਜਾਂਦੀਆਂ, ਕਿ ਜੀ ਇਸ ਓਵਰ ਥਿੰਕਿੰਗ ਦੇ ਕਾਰਨ ਜਿਵੇਂ ਅੱਜ ਦੀ ਜਨਰੇਸ਼ਨ ਆ ਜ਼ਿਆਦਾ ਪਰੇਸ਼ਾਨ ਹੋ ਰਹੀ ਆ, ਤੇ ਜ਼ਿਆਦਾ ਆਤਮ ਹੱਤਿਆ ਦੇ ਮਾਮਲੇ ਵੱਧ ਰਹੇ ਨੇ। ਇਹਦਾ ਜੀ ਕੀ ਕਾਰਨ ਆ, ਜਾਂ ਇਹ ਤੇ ਤੁਸੀਂ ਕੀ ਕਹਿਣਾ ਚਾਹੋਗੇ, ਜਾਂ ਇਹਦੇ ਪਿੱਛੇ ਕੀ ਸੁਝਾਅ ਦੇਣਾ ਚਾਹੋਗੇ? ਦੇਖੋ, ਅੱਜ ਦਾ ਜਿਵੇਂ ਕੰਪੀਟੀਸ਼ਨ ਦਾ ਜ਼ਮਾਨਾ ਹੈ, ਇੰਟਰਨੈਟ ਦਾ ਜ਼ਮਾਨਾ ਹੈ, ਆਪਾਂ ਬਹੁਤ ਕੁਝ ਦੇਖ ਰਹੇ ਹਾਂ ਕਿ ਆਪਣੀ ਲਾਈਫ ਨੂੰ ਕਿਸੇ ਨਾਲ ਕੰਪੇਅਰ ਕਰ ਰਹੇ ਹਾਂ ਕਿ ਉਹ ਬੰਦਾ ਅੱਜ ਆਨਲਾਈਨ ਤੇ ਅਗਰ ਕੋਈ ਫੋਟੋ ਵੀ ਪਾਉਂਦਾ, ਕੋਈ ਅੱਛੀ ਕਿਤੇ ਟਰੈਵਲਿੰਗ ਕਰ ਰਿਹਾ, ਕਿਤੇ ਟੂਰ ਤੇ ਗਿਆ ਹੈ, ਜਾਂ ਕੋਈ ਉਹਨੂੰ ਸਕਸੈਸ ਮਿਲੀ, ਉਹ ਪਿਕ ਉਹਨੇ ਪਾਤੀ, ਤੇ ਉਹਨੂੰ ਦੇਖ ਕੇ ਵੀ ਪ੍ਰੋਬਲਮਸ ਹੋ ਰਹੀਆਂ ਨੇ ਕਿ ਮੈਂ, ਇਹਦਾ ਮਤਲਬ ਕਿ ਮੈਂ ਕੁਝ ਵੀ ਨਹੀਂ, ਮੇਰੀ ਲਾਈਫ ਕੁਝ ਵੀ ਨਹੀਂ। ਉਹਨੇ ਆਪਣਾ ਕੁਝ ਕੀਤਾ, ਆਪਾਂ ਆਪਣੇ ਲੈਵਲ ਦੇ ਉੱਤੇ ਕਰਨਾ ਹੈ। ਆਪਣੀ ਲਾਈਫ ਨੂੰ ਕਦੇ ਕਿਸੇ ਨਾਲ ਕੰਪੇਅਰ ਨਹੀਂ ਕਰਨਾ। ਜਦੋਂ ਆਪਾਂ ਕੰਪੇਅਰ ਕਰਾਂਗੇ
ਸੋਸ਼ਲ ਮੀਡੀਆ ਨੂੰ ਦੇਖ ਕੇ, ਕਿਸੇ ਦੀ ਪ੍ਰੋਫਾਈਲ ਦੇਖ ਕੇ ਕਿ ਉਹ ਬੰਦਾ ਇਸ ਤਰ੍ਹਾਂ ਕਰ ਰਿਹਾ, ਤੇ ਉਹ ਵੀ ਚੀਜ਼ ਆਪਣੀ ਪ੍ਰੋਬਲਮ ਬਣੇਗੀ ਤੇ ਓਵਰ ਥਿੰਕਿੰਗ ਦਾ ਕਾਰਨ ਬਣੇਗੀ, ਤਾਂ ਆਪਾਂ ਸਾਈਕੋਲੋਜੀਕਲੀ ਡਿਪਰੈਸ਼ਨ, ਤਣਾਅ ਦੇ ਵਿੱਚ ਚਲੇ ਜਾਵਾਂਗੇ। ਸਾਨੂੰ ਆਪਣੀ ਐਬਿਲਿਟੀ ਤੇ ਆਪਣੀ ਯੋਗਤਾਵਾਂ ਤੇ ਕੰਮ ਕਰਨਾ ਪਊਗਾ। ਇਹ ਵੀ ਅੱਜ ਕੱਲ ਇੱਕ ਟ੍ਰੈਂਡ ਬਣ ਚੁੱਕਿਆ ਜੀ ਕਿ ਸੋਸ਼ਲ ਜੀ ਮੀਡੀਆ ਜੀ ਤੇ ਕੋਈ ਵੀ ਬਿਲਕੁਲ ਆਪਾਂ ਅੱਛੀ ਪੋਸਟ ਜਦੋਂ ਦੇਖਦੇ ਹਾਂ, ਤੇ ਆਪਾਂ ਦੇਖਦੇ ਹਾਂ ਕਿ ਅਗਰ ਕਿਸੇ ਨੇ ਅੱਛੀ ਪੋਸਟ ਪਾਈ ਹੋਈ ਹੈ ਤੇ ਉਹਦੀ ਲਾਈਫ ਬਹੁਤ ਵਧੀਆ ਹੈ, ਆਪਾਂ ਉਹਦੀ ਇੱਕ ਪੋਸਟ ਵੇਖ ਕੇ ਜਾਂ ਉਹਦਾ ਇੱਕ ਟੂਰ ਵੇਖ ਕੇ ਜਾਂ ਜੱਜ ਕਿਤੇ ਵੀ ਉਹ ਕਰਦੇ ਜਹਾਜ਼ ਤੇ ਜਾ ਰਿਹਾ ਜੱਜ ਜੱਜ ਕਰ ਰਹੇ ਰਹੇ, ਨੇ। ਤੇ ਆਪਾਂ ਉਸ ਤੋਂ ਹੀ ਆਪਾਂ ਇਹ ਨਹੀਂ ਕਹਿ ਸਕਦੇ ਕਿ ਉਹਦੀ ਲਾਈਫ ਬਹੁਤ ਵਧੀਆ, ਨਹੀਂ। ਫਿਰ ਆਪਣੇ ਅੰਦਰ ਇੱਕ ਹਾਂ ਹੀਨ ਭਾਵਨਾ ਆਉਂਦੀ, ਤੇ ਫਿਰ ਉਹ ਚੀਜ਼ ਆਪਾਂ ਨੂੰ ਉਦਾਸ ਪਰੇਸ਼ਾਨ ਕਰਦੀ ਹੈ। ਜੀ 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 ਬਿਲਕੁਲ ਤੁਸੀਂ ਤੇ ਸਹੀ ਉਸ ਕਹਿ ਰਹੇ ਹੋ, ਪਰ ਸੋਸ਼ਲ ਮੀਡੀਆ ਤੇ ਜੇ ਜਾਵਾਂਗੇ ਤਾਂ ਉਹਦੇ 'ਚ ਜ਼ਿਆਦਾਤਰ ਚੀਜ਼ਾਂ ਦਿਖਾਵੇ ਵਾਸਤੇ ਹੀ ਹੋ ਰਹੀਆਂ, ਜਾਂ ਤਾਂ ਕੋਈ ਆਪਣਾ 100%। ਮਤਲਬ ਚੈਨਲ ਨੂੰ ਚਲਾ ਰਹੇ ਨੇ ਲੋਕ, ਤੇ ਉਹ 'ਚ ਉਦਾਂ ਹਾਂਜੀ, ਦਾ ਉਹ ਦਿਖਾਵਾ ਵਿਖਾਉਣ ਕੋਸ਼ਿਸ਼ ਕਰਦੇ ਨੇ ਅੱਛਾ ਦਿਖਾਉਣ ਦੀ, ਪਰ ਦਰਅਸਲ ਸੱਚਾਈ ਇਹ ਹੁੰਦੀ ਹੈ ਕਿ ਉਹ ਅਜਿਹਾ ਹੁੰਦਾ ਨਹੀਂ ਹੈ ਕਈ ਵਾਰ। ਹੁੰਦਾ ਨਹੀਂ ਹੈ। ਤੇ ਇਹ ਤੇ ਉਹ ਹਾਂ ਚੀਜ਼ ਇਹ ਵੀ ਸਾਨੂੰ ਤਾਂ ਸਮਝਣਾ ਹੀ ਪਊ। ਸਮਝ ਆਊਗੀ ਅਗਰ ਆਪਾਂ ਆਪਣੇ ਮਾਈਂਡ ਨੂੰ ਉਸ ਲੈਵਲ ਤੇ ਜਾ ਕੇ ਤਿਆਰ ਕਰਾਂਗੇ, ਨਹੀਂ ਤੇ ਆਪਾਂ ਉਹਨਾਂ ਚੀਜ਼ਾਂ ਦੇ ਪ੍ਰਭਾਵ ਚ ਆ ਕੇ ਆਪਣੀ ਲਾਈਫ ਨੂੰ ਹੋਰ ਪਰੇਸ਼ਾਨ ਕਰ ਲਾਂਗੇ। ਜੀ ਜੀ ਔਰ ਇਹ ਵੀ ਹਾਂਜੀ, ਸਮਝਣਾ ਪਊਗਾ ਕਿ ਹਰ ਇਨਸਾਨ ਦੂਜੇ ਤੋਂ ਵੱਖਰਾ ਹੈਗਾ, ਮਤਲਬ ਹਰੇਕ ਬਿਲਕੁਲ ਦੀ ਯੂਨੀਕ। ਲਾਈਫ ਦੂਜੇ ਜੀ ਵਰਗੀ ਨਹੀਂ ਹੋ ਸਕਦੀ, ਆਪਣੇ ਆਪ ਚ ਯੂਨੀਕ ਹੈ। ਜੀ ਬਿਲਕੁਲ ਹਨਾ, ਹਰ ਕੋਈ ਸਪੈਸ਼ਲ ਆ, ਵੀ ਬਿਲਕੁਲ। ਇੱਕ ਦੂਜੇ ਵਰਗਾ ਨਹੀਂ ਹੋ ਸਕਦਾ। ਉਹਨਾਂ ਚ ਹੋਰ ਕੁਆਲਿਟੀ ਹੋਵੇ ਤੇ ਆਪਣੇ ਚ ਹੋਰ ਗੁਣ ਹਾਂਜੀ ਹੋਵੇ, ਬਿਲਕੁਲ ਆਪਾਂ ਸਹੀ। ਦੂਜੇ ਵਰਗੇ ਨਹੀਂ ਹੋ ਸਕਦੇ। ਹਾਂਜੀ, ਤੇ ਜੇ ਵਿਦਿਆਰਥੀਆਂ ਦੀ ਗੱਲ ਕਰੀਏ, ਬਈ ਤੁਹਾਨੂੰ ਕੀ ਲੱਗਦਾ ਕਿ ਵਿਦਿਆਰਥੀ ਜੋ ਆਤਮ ਹੱਤਿਆ ਕਰ ਰਹੇ ਨੇ ਹੁਣੇ, ਜਦੋਂ ਜੇ ਆਪਾਂ ਮੰਨੀਏ ਕਿ ਇੰਜੀਨੀਅਰ ਤੇ ਡਾਕਟਰੀ ਦੀ ਪੜ੍ਹਾਈ ਸਭ ਤੋਂ ਭਾਰਤ ਦੇ ਵਿੱਚ ਔਖੀ ਮੰਨੀ ਜਾਂਦੀ ਹੈ, ਤੇ ਜੀ ਉਹਦਾ ਜਦੋਂ ਹੀ ਉਹਦੀ ਡੇਟ ਸ਼ੀਟ ਅਨਾਉਂਸ ਹੁੰਦੀ ਹੈ, ਤਾਂ ਬਈ ਸਾਡੇ ਸਾਹਮਣੇ ਇਹੋ ਜਿਹੇ ਕੇਸ ਆਏ ਨੇ ਬਈ ਬੱਚਿਆਂ ਨੇ ਆਤਮ ਹੱਤਿਆ ਕਰ ਲਈ, ਕਿ ਪੇਪਰ ਤਾਂ ਆ ਗਿਆ ਜਨਵਰੀ ਦੇ ਵਿੱਚ, ਔਰ ਜੀ ਸਾਡੀ ਹਲੇ ਤਿਆਰੀ ਨਹੀਂ ਆ, ਅਸੀਂ ਸਿਲੇਬਸ ਕਵਰ ਨਹੀਂ ਕੀਤਾ, ਹਨਾ। ਤੇ ਹਾਂਜੀ ਬਹੁਤ ਦੁਖਦਾਇਕ ਇਹੋ ਜਿਹੀਆਂ ਖਬਰਾਂ ਸੁਣਨ ਨੂੰ ਮਿਲ ਰਹੀਆਂ ਕਿ ਬੱਚੇ ਇਸ ਚੀਜ਼ ਨੂੰ ਸਹਿਣ ਨਹੀਂ ਕਰ ਪਾਏ, ਤੇ ਉਹਨਾਂ ਨੇ ਆਤਮ ਹੱਤਿਆ ਕਰ ਲਈ ਕਿ ਅਸੀਂ 1 ਮਹੀਨੇ ਦੇ ਵਿੱਚ ਨਹੀਂ ਕਰ ਪਾਵਾਂਗੇ, ਔਰ ਇੰਨਾ ਜਿਹੜਾ ਸਾਡੀ ਕੋਚਿੰਗ ਤੇ ਪੈਸਾ ਲੱਗਿਆ ਤੇ ਉਹ ਅਸੀਂ ਰਿਟਰਨ ਨਹੀਂ ਦੇ ਪਾਵਾਂਗੇ ਮਾਪਿਆਂ ਨੂੰ। ਇੱਥੇ ਤੁਸੀਂ ਕੀ ਕਹਿਣਾ ਚਾਹੋਗੇ, ਵੀ ਵਿਦਿਆਰਥੀ ਜਿਹੜੇ ਡਿਪਰੈਸ਼ਨ 'ਚ ਜਾ ਰਹੇ ਨੇ ਜਾਂ ਫਿਰ ਹੂੰ। ਆਤਮ ਹੱਤਿਆ ਕਰ ਰਹੇ ਨੇ, ਉਹਦਾ ਕੀ ਕਾਰਨ? ਦੇਖੋ, ਇਹ ਵੀ ਇੱਕ ਆਪਣੇ ਮਾਈਂਡ ਦੀ ਹੀ ਇੱਕ ਸਮਝ ਆ, ਕਿਉਂਕਿ ਜਿਵੇਂ ਹੁਣ ਮੈਂ ਤੁਹਾਨੂੰ ਪਹਿਲਾਂ ਆਪਾਂ ਗੱਲ ਆਲਰੇਡੀ ਕਰ ਚੁੱਕੇ ਹਾਂ ਇਸ ਟੌਪਿਕ ਤੇ, ਕਿ ਉਹ ਹੂੰ ਐਂਡ ਜਦੋਂ ਆਪਾਂ ਕਿਸੇ ਚੀਜ਼ ਨੂੰ ਮੰਨ ਲੈਂਦੇ ਹਾਂ ਕਿ ਸਾਡੀ ਤਾਂ ਲਾਈਫ ਹੀ ਖਤਮ ਹੋ ਗਈ, ਆਹ ਚੀਜ਼ ਅਗਰ ਨਹੀਂ ਹੋਈ ਤਾਂ ਲਾਈਫ ਹੀ ਖਤਮ ਹੋ ਗਈ, ਨਹੀਂ। ਆਪਾਂ ਨੂੰ ਅਗਰ ਆਪਾਂ ਨੂੰ ਉੱਥੇ ਫੇਲਿਅਰ ਆਇਆ ਤੇ ਹੋਰ ਸੋਰਸਿਸ ਬਹੁਤ ਨੇ, ਆਪਣੀ ਐਬਿਲਿਟੀ ਦੇ ਅਕੋਰਡਿੰਗ ਹੋਰ ਬਹੁਤ ਸਾਰੇ ਸੋਰਸਿਸ ਨੇ। ਅਗਰ ਆਪਾਂ ਹੋ ਸਕਦਾ ਕਿ ਬਹੁਤ ਵੱਡੀ ਜੌਬ ਅਚੀਵ ਨਹੀਂ ਕਰ ਪਾਏ, ਜੋ ਆਪਾਂ ਜਿਸ ਵਾਸਤੇ ਆਪਾਂ ਲੜ ਰਹੇ ਸੀ, ਸੰਘਰਸ਼ ਕਰ ਰਹੇ ਸੀ, ਉਹ ਅਗਰ ਨਹੀਂ ਮਿਲੀ, ਲੇਕਿਨ ਆਪਣੇ ਕੋਲ ਐਕਸਪੀਰੀਅੰਸ ਤੇ ਐਜੂਕੇਸ਼ਨ ਇੰਨੀ ਕੁ ਹੋ ਗਈ ਹੈ ਕਿ ਆਪਾਂ ਕਿਸੇ ਦੂਸਰੀ ਜਾਂ ਛੋਟੇ ਲੈਵਲ ਦੀ ਜੌਬ ਕਰ ਸਕਦੇ ਹਾਂ ਔਰ ਆਪਣੇ ਸਰਵਾਈਵਲ ਨੂੰ ਬਹੁਤ ਵਧੀਆ ਬਣਾ ਸਕਦੇ ਹਾਂ। ਲੇਕਿਨ ਇੱਕ ਹੁੰਦਾ ਕਿਉਂ ਆ? ਕਿਉਂਕਿ ਆਪਣਾ ਮਾਈਂਡ ਉਸ ਲੈਵਲ ਦਾ ਸੋਚ ਨਹੀਂ ਪਾਉਂਦਾ। ਅਗਰ ਅੱਜ ਮੈਂ ਤੁਹਾਡੇ ਨਾਲ ਅਗਰ ਇਸ ਲੈਵਲ ਦੀ ਗੱਲ ਕਰ ਰਿਹਾ, ਇਹ ਮੈਂ ਗੱਲ ਤਾਂ ਹੀ ਤੁਹਾਡੇ ਨਾਲ ਕਰ ਰਿਹਾ ਕਿਉਂਕਿ ਮੈਂ ਇਸ ਤਰ੍ਹਾਂ ਦਾ ਸੋਚਦਾ, ਜਾਂ ਮੈਂ ਮਾਈਂਡ ਨੂੰ ਉਸ ਤਰ੍ਹਾਂ ਤਿਆਰ ਕੀਤਾ, ਜਿਵੇਂ ਅੱਜ ਦਾ ਆਪਣਾ ਵਿਸ਼ਾ ਹੈ ਕਿ ਮਾਈਂਡ ਨੂੰ ਪੋਜ਼ਿਟਿਵ ਪ੍ਰੋਗਰਾਮਿੰਗ ਕਰਨਾ, ਕਿਉਂਕਿ ਉਹਨਾਂ ਦਾ ਮਾਈਂਡ ਜੀ ਉਸ ਜੀ ਪੱਧਰ ਦਾ ਨਹੀਂ, ਉਸ ਲੈਵਲ ਦਾ ਨਹੀਂ, ਤਾਂ ਹੀ ਉਹ ਪਰੇਸ਼ਾਨ ਨੇ। ਉਹਨਾਂ ਜੀ ਕੋਲ ਏਦਾਂ ਨਹੀਂ ਕਿ ਉਹ ਕਿਤੋਂ 1 ਨੰਬਰ ਤੋਂ ਫੇਲ ਰਹਿ ਗਏ, ਉਹਨਾਂ ਨੂੰ ਕੋਈ ਜੌਬ ਨਹੀਂ ਮਿਲੀ ਤੇ ਉਹਨਾਂ ਨੂੰ ਕੁਝ ਆਉਂਦਾ ਨਹੀਂ, ਇਹ ਤਾਂ ਨਹੀਂ ਨਾ। ਉਹਨਾਂ ਨੇ ਦੇਖੋ ਇੰਨਾ ਕੁਝ ਲਿਟਰੇਚਰ ਪੜ੍ਹਿਆ, ਬਹੁਤ ਕੁਝ ਚੀਜ਼ਾਂ ਪੜ੍ਹੀਆਂ, ਸਾਇੰਸ ਦੀਆਂ, ਟੈਕਨੀਕਲ ਬਹੁਤ ਸਾਰੀਆਂ ਗੱਲਾਂ ਪੜ੍ਹੀਆਂ, ਤੇ ਉਹਨਾਂ ਦਾ ਤਾਂ ਗਿਆਨ ਵਧਿਆ ਹੀ ਹੈ ਨਾ, ਘਟਿਆ ਤਾਂ ਨਹੀਂ। ਲੇਕਿਨ ਉਹ ਏਦਾਂ ਸੋਚ ਹੂੰ ਲੈਂਦੇ ਆ ਕਿ ਬਸ ਹੁਣ ਤੇ ਅਸੀਂ ਫੇਲ ਹੋ ਗਏ, ਅਸੀਂ ਕੁਝ ਕਰ ਨਹੀਂ ਸਕਦੇ। ਨਹੀਂ, ਉਹਨਾਂ ਦੀ ਐਬਿਲਿਟੀ ਨੇ ਗਰੋਥ ਕੀਤੀ ਹੈ, ਹੋ ਸਕਦਾ ਉਹ 1 ਨੰਬਰ ਤੋਂ ਜ਼ਰੂਰ ਰਹਿ ਗਏ, ਉਹਨਾਂ ਨੂੰ ਕੋਈ ਜੌਬ ਨਹੀਂ ਮਿਲੀ, ਇੰਟਰਵਿਊ 'ਚ ਜ਼ਰੂਰ ਫੇਲ ਹੋ ਗਏ ਉਹ, ਲੇਕਿਨ ਉਹ ਐਂਡ ਨਹੀਂ। ਇਸ ਗੱਲ ਨੂੰ ਸਮਝਣਾ ਬਹੁਤ ਜ਼ਰੂਰੀ ਕਿ ਲਾਈਫ ਦਾ ਉਹ ਐਂਡ ਨਹੀਂਗਾ। ਜਦੋਂ ਸਮਝ ਲਾਂ ਕਿ ਬਸ ਹੂੰ ਇਹ ਐਂਡ ਸੀ, ਮੈਂ ਕਰ ਨਹੀਂ ਸਕਦਾ, ਫਿਰ ਉੱਥੋਂ ਸੁਸਾਈਡ ਦੇ, ਤਣਾਅ ਦੇ, ਡਿਪਰੈਸ਼ਨ ਦੇ ਕੇਸਿਸ ਮਤਲਬ ਸ਼ੁਰੂ ਹੋਣਗੇ। ਤੇ ਇਸੇ ਲਈ ਸਾਨੂੰ ਮਾਈਂਡ ਤੇ ਕੰਮ ਕਰਨਾ ਬਹੁਤ ਜ਼ਰੂਰੀ ਹੈ। ਜੀ ਜੀ ਤੇ ਹਾਂਜੀ ਇਹ ਜਿਹੜੇ ਆਸ-ਪਾਸ ਵਿਚਰ ਰਹੇ ਹੁੰਦੇ ਆ, ਦੋਸਤ ਹੋ ਗਏ, ਮਾਪੇ ਹੋ ਗਏ ਜਾਂ ਅਧਿਆਪਕ ਹੋ ਗਏ, ਉਹਨਾਂ ਨੂੰ ਵੀ ਇਸ ਤੇ ਮੈਨੂੰ ਲੱਗਦਾ ਅੱਜ ਕੱਲ੍ਹ ਵਿਸ਼ੇਸ਼ ਧਿਆਨ ਦੇਣਾ ਪਊਗਾ। ਜਦੋਂ ਇਹਨਾਂ ਚੀਜ਼ਾਂ, ਜਦੋਂ ਕੰਪੀਟੀਸ਼ਨ ਹੁੰਦੇ ਆ ਜਾਂ ਕੰਪੀਟੀਸ਼ਨ ਲੈਵਲ ਦੇ ਟੈਸਟ ਹੁੰਦੇ ਆ, ਐਗਜ਼ਾਮ ਹੁੰਦੇ ਆ, ਤਾਂ ਹੂੰ ਸਾਨੂੰ ਇਸ ਤੇ ਵੀ ਮੈਨੂੰ ਲੱਗਦਾ ਵੀ ਹੋਰ ਸ਼ਾਇਦ ਉਹ ਸਮਝ ਨਹੀਂ ਪਾਉਂਦੇ ਕਿ ਜੋ ਵਿਦਿਆਰਥੀ ਹੈਗਾ
ਜਾਂ ਮਾਪੇ ਇਹ ਨਹੀਂ ਸਮਝ ਪਾਉਂਦੇ ਕਿ ਸਾਡਾ ਬੱਚਾ ਜੋ ਡਿਪਰੈਸ਼ਨ 'ਚ ਜਾ ਰਿਹਾ ਹੌਲੀ-ਹੌਲੀ ਹਨਾ, ਜੀ ਇਹਦੇ ਵਾਸਤੇ ਜੀ ਤੁਸੀਂ ਮਾਪਿਆਂ ਨੂੰ ਸਭ ਤੋਂ ਪਹਿਲਾਂ ਤਾਂ ਕੀ ਸੁਝਾਅ ਦੇਣਾ ਚਾਹੋਗੇ ਵੀ ਉਹ ਕਿਸ ਤਰ੍ਹਾਂ ਬੱਚੇ ਨੂੰ ਆਪਣੇ ਨੂੰ ਟਰੀਟ ਕਰਨ ਜਾਂ ਕਿਸ ਤਰ੍ਹਾਂ ਉਹ ਧਿਆਨ ਰੱਖਣ ਉਹਦਾ ਜਾਂ ਉਸ ਨੂੰ ਮੈਂਟਲੀ ਤੌਰ ਤੇ ਕਿਸ ਤਰ੍ਹਾਂ ਮਜ਼ਬੂਤ ਕਰਨ? ਸਭ ਤੋਂ ਪਹਿਲੀ ਗੱਲ ਇਹ ਕਿ ਜੋ ਮੈਂ ਐਕਸਪੀਰੀਅੰਸ ਕੀਤੀ ਆ, ਦੇਖੋ ਮੇਰਾ ਕੋਈ ਆਪਣਾ ਬੱਚਾ ਤਾਂ ਹਮ, ਨਹੀਂਗਾ ਕਿ ਜਿਸ ਨੂੰ ਮੈਂ ਇਸ ਤਰੀਕੇ ਨਾਲ ਟਰੀਟ ਕੀਤਾ ਹੋਵੇ, ਲੇਕਿਨ ਮੇਰੇ ਹਮ, ਸਾਈਕੋਲੋਜੀਕਲ ਕਰੀਅਰ ਦੇ ਵਿੱਚ ਮੈਨੂੰ ਬਹੁਤ ਸਾਰੀਆਂ ਗੱਲਾਂ ਸਮਝ ਆਈਆਂ, ਉਹ ਮੈਂ ਜ਼ਰੂਰ ਤੁਹਾਡੇ ਨਾਲ ਮੈਂ ਸ਼ੇਅਰ ਹਮ, ਕਰੂੰਗਾ। ਕਿਉਂਕਿ ਇੱਕ ਆਪਣਾ ਨਿੱਜੀ ਅਨੁਭਵ ਹੁੰਦਾ ਹੈ ਕਿ ਇੱਕ ਆਪਣਾ ਬੱਚਾ ਹੈ, ਉਹਨੂੰ ਮੈਂ ਖੁਦ ਟਰੀਟ ਕੀਤਾ ਉਸ ਲੈਵਲ ਤੇ, ਉਹਨੂੰ ਸਮਝਾਉਣਾ ਜਾਂ ਟਰੀਟ ਕਰਦਾ, ਉਹ ਅਨੁਭਵ ਨਹੀਂਗਾ ਮੇਰੇ ਕੋਲ, ਲੇਕਿਨ ਇੱਕ ਸਾਈਕੋਲੋਜੀਕਲ ਹਮ, ਐਜੂਕੇਸ਼ਨ ਦੇ ਤਹਿਤ ਔਰ ਲੋਕਾਂ ਨੂੰ ਜੋ ਮੈਂ ਟਰੀਟ ਕੀਤਾ ਉਹਦਾ ਮੇਰੇ ਕੋਲ ਇੱਕ ਅਨੁਭਵ, ਉਹ ਤੁਹਾਡੇ ਨਾਲ ਮੈਂ ਜ਼ਰੂਰ ਸ਼ੇਅਰ ਕਰੂੰਗਾ। ਹਾਂ ਸਭ ਤੋਂ ਜੀ ਪਹਿਲੀ ਗੱਲ ਇਹ ਕਿ ਜਦੋਂ ਪ੍ਰੈਸ਼ਰ ਫੋਰਸ ਜਦੋਂ ਪੇਰੈਂਟਸ ਵੱਲੋਂ ਪਾਈ ਜਾਂਦੀ ਹੈ ਨਾ, ਉਹ ਉਹਨਾਂ ਲਈ ਇੱਕ ਜੀ ਮਾਨਸਿਕ ਤਣਾਅ ਦਾ ਕਾਰਨ ਬਣਦਾ ਹੈ। ਕਿਉਂਕਿ ਪੇਰੈਂਟਸ ਦਾ ਹਮ, ਮਾਈਂਡ ਵੀ ਇੱਕ ਉਸ ਪੱਧਰ ਦਾ ਨਹੀਂ ਹੁੰਦਾ ਕਿ ਉਹਨਾਂ ਨੂੰ ਉਹ ਫਲੈਕਸੀਬਿਲਿਟੀ ਦੇ ਸਕੇ, ਉਹਨਾਂ ਨੂੰ ਉਹ ਹਮ, ਇਹ ਗੱਲ ਸਮਝਾ ਸਕੇ ਕਿ ਇਹ ਆਪਾਂ ਇਵੈਂਟ ਕਰ ਰਹੇ ਹਾਂ, ਜੋ ਆਪਾਂ ਇਸ ਕੰਪੀਟੀਸ਼ਨ ਦੇ ਵਿੱਚ ਜਾ ਰਹੇ ਹਾਂ, ਇਹੀ ਐਂਡ ਨਹੀਂ। ਜਿਵੇਂ ਆਪਾਂ ਹੁਣੇ ਗੱਲ ਕਰ ਰਹੀ ਸੀ ਕਿ ਉਹ ਲਾਈਫ ਦਾ ਐਂਡ ਨਹੀਂ ਆ, ਤਾਂ ਫਿਰ ਜਦੋਂ ਉਹ ਬੱਚੇ ਦਾ ਮਾਈਂਡ ਫਲੈਕਸੀਬਲ ਹੋਏਗਾ, ਉਹ ਬਿਲਕੁਲ ਰਿਲੈਕਸ ਹੋਏਗਾ, ਕੋਈ ਫੋਰਸ ਨਹੀਂ ਹੈ, ਕੋਈ ਜ਼ਬਰਦਸਤੀ ਨਹੀਂ ਹੋ ਰਹੀ ਉਹਦੇ ਨਾਲ, ਉਹਨੂੰ ਇੱਕ ਸਾਥ, ਹਮ, ਇੱਕ ਸਹਿਯੋਗ ਮਿਲ ਰਿਹਾ ਕਿ ਅਗਰ ਮੈਂ ਫੇਲ ਵੀ ਹੋ ਗਿਆ ਫਿਰ ਵੀ ਮੇਰੇ ਪੇਰੈਂਟਸ ਮੇਰੇ ਨਾਲ ਨੇ, ਜੀ ਤੇ ਹਮ, ਫਿਰ ਉਹ ਰਿਲੈਕਸ ਹੋਏਗਾ, ਫਿਰ ਉਹ ਡਿਪਰੈਸ਼ਨ 'ਚ ਨਹੀਂ ਜਾਏਗਾ, ਤਣਾਵ 'ਚ ਨਹੀਂ ਜਾਏਗਾ। ਅਗਰ ਕਿਤੇ ਜਾ ਕੇ ਫੇਲ ਹੁੰਦਾ ਵੀ ਹੈ ਤਾਂ ਉਹਦੇ ਸੁਸਾਈਡਲ ਇਵੈਂਟ ਇਦਾਂ ਦੇ ਨਹੀਂ ਹੋਣਗੇ। ਜੀ 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 ਹਾਂਜੀ, ਇਸ ਤੁਸੀਂ ਇਸ ਵਿਸ਼ੇ ਤੇ ਜੋ ਆਪਾਂ ਗੱਲਬਾਤ ਕਰ ਰਹੇ ਹਾਂ ਅੱਜ, ਤੁਸੀਂ ਕਾਫੀ ਦੇਰ ਤੋਂ ਕੰਮ ਕਰ ਰਹੇ ਹੋ, ਲੋਕਾਂ ਨਾਲ ਹਾਂਜੀ ਵਿਚਰ ਰਹੇ ਆ, ਲੋਕਾਂ ਨਾਲ ਵਾਹ ਪੈਂਦਾ ਤੁਹਾਡਾ, ਉਹਦੇ ਵਿੱਚ ਵਿਦਿਆਰਥੀ ਵੀ ਨੇ, ਤੁਹਾਡਾ ਆਪਣਾ ਉਹਨਾਂ ਦੇ ਨਾਲ ਤਜਰਬਾ ਜਾਂ ਇਹੋ ਜਿਹਾ ਕੇਸ ਸਾਡੇ ਦਰਸ਼ਕਾਂ ਨਾਲ, ਸਰੋਤਿਆਂ ਨਾਲ ਸਾਂਝਾ ਕਰੋ ਕਿ ਇਸ ਤਰ੍ਹਾਂ ਦਾ ਕੋਈ ਕੇਸ ਤੁਹਾਨੂੰ ਯਾਦ ਹੋਵੇ ਔਰ ਉਸ ਨੂੰ ਤੁਸੀਂ ਟਰੀਟਮੈਂਟ ਦਿੱਤਾ ਹੋਵੇ ਸਟੂਡੈਂਟ ਨੂੰ ਜਾਂ ਕੋਈ ਹੋਰ ਇਸ ਤਰ੍ਹਾਂ ਦਾ ਕੇਸ। ਜੀ, ਦੇਖੋ ਆ ਗੱਲ ਬਹੁਤ ਵਧੀਆ ਕੀਤੀ ਤੁਸੀਂ। ਇੱਕ ਇਸ ਤਰ੍ਹਾਂ ਦੇ ਹਮ, ਕੇਸਿਸ ਤਾਂ ਬਹੁਤ ਸਾਰੇ ਨੇ, ਲੇਕਿਨ ਮੈਂ ਮੋਟੀ ਜੀ ਇੱਕ ਗੱਲ ਤੁਹਾਨੂੰ ਤੁਹਾਡੇ ਨਾਲ ਸ਼ੇਅਰ ਜ਼ਰੂਰ ਕਰ ਦਿੰਦਾ। ਮੈਂ ਹੁਣ ਗੱਲ ਕੀਤੀ ਜੀ ਤੁਹਾਡੇ ਨਾਲ ਕਿ ਇੱਕ ਫੋਰਸ ਕੀਤਾ ਜਾਂਦਾ ਹੈ ਕਿ ਨਹੀਂ ਆਹ ਚੀਜ਼ ਤਾਂ ਆਪਾਂ ਹਮ, ਕਰਨੀ ਹੈ, ਆਪਾਂ ਤੇ ਇਸ ਲੈਵਲ ਤੇ ਜਾਣਾ ਹੈ। ਉਹ ਮਤਲਬ ਕਿ ਹਮ, ਇਸ ਲੈਵਲ ਤੇ ਜਾਣਾ, ਉਹ ਵੀ ਲਾਈਫ ਦੇਖ ਕੇ ਕਿ ਉਹਨਾਂ ਦੀ ਲਾਈਫ ਦੇਖੋ, ਹਮ, ਆਪਾਂ ਉਹਨਾਂ ਵਰਗਾ ਬਣਨਾ ਹੈ, ਇਸ ਕਰਕੇ ਸਾਨੂੰ ਆਹ ਕਰਨੀ ਚੀਜ਼ ਕਿੰਨੀ ਜ਼ਰੂਰੀ ਹੈ। ਕੰਪੈਰੀਜ਼ਨ ਦੀ ਭਾਵਨਾ ਹਮ, ਨੂੰ ਲੈ ਕੇ ਜਦੋਂ ਕੰਪੀਟੀਸ਼ਨ ਦੇ ਵਿੱਚ ਐਂਟਰੀ ਕੀਤੀ ਜਾਂਦੀ ਹੈ ਤਾਂ ਫਿਰ ਉਹ ਅਸਫਲ ਹਮ, ਹੀ ਹੁੰਦੀ ਹੈ। ਹਮ, ਕੰਪੈਰੀਜ਼ਨ ਦੀ ਭਾਵਨਾ ਨੂੰ ਲੈ ਕੇ ਅਗਰ ਕੰਪੀਟੀਸ਼ਨ ਦੇ ਵਿੱਚ ਜੀ ਆਪਾਂ ਐਂਟਰੀ ਕਰਾਂਗੇ ਤਾਂ ਉਹ ਡਿਪਰੈਸ਼ਨ ਤੇ ਸੁਸਾਈਡ ਦਾ ਕਾਰਨ ਹੀ ਬਣੇਗਾ। ਆਪਾਂ ਜੀ ਆਪਣੀ ਲਾਈਫ ਨੂੰ ਗਰੋ ਕਰਨ ਦੇ ਪਰਪਸ ਨਾਲ ਕਿਸੇ ਵੀ ਕੰਪੀਟੀਸ਼ਨ ਜਾਂ ਕਿਸੇ ਵੀ ਚੀਜ਼ ਜਾਂ ਆਪਣੀ ਸੰਤੁਸ਼ਟੀ ਨੂੰ ਲੈ ਕੇ, ਆਪਣੀ ਸੈਟੀਸਫੈਕਸ਼ਨ ਨੂੰ ਲੈ ਕੇ ਕਿਸੇ ਵੀ ਕੰਪੀਟੀਸ਼ਨ ਜਾਂ ਕਿਸੇ ਵੀ ਚੀਜ਼ ਵਿੱਚ ਉਤਰਾਂਗੇ ਤਾਂ ਫਿਰ ਉਹ ਸਾਨੂੰ ਇੱਕ ਮਾਨਸਿਕ ਸੰਤੁਸ਼ਟੀ ਵੀ ਦੇਗਾ ਤੇ ਅਸੀਂ ਲਾਈਫ ਦੇ ਵਿੱਚ ਸਕਸੈਸ ਵੀ ਹੋਵਾਂਗੇ। ਕਿਉਂਕਿ ਇਹ ਮੇਰਾ ਇੱਕ ਹਮ, ਅਨੁਭਵ ਆ, ਜ਼ਿਆਦਾਤਰ ਕੇਸਿਸ ਫੋਰਸਮੈਂਟ ਦੇ ਹੁੰਦੇ ਆ, ਕਿਸੇ ਦੀ ਲਾਈਫ ਨੂੰ ਦੇਖ ਕੇ ਆਪਾਂ ਕੋਈ ਡਿਸੀਜਨ ਕਰਦੇ ਆ, ਤੇ ਇਦਾਂ ਨਹੀਂ ਕਰਨਾ। ਚਾਹੇ ਵੈਸੇ ਪੇਰੈਂਟਸ ਇਹ ਦਾ ਉਹ ਕਰਦੇ ਡਿਸੀਜਨ ਹਮੇਸ਼ਾ ਹੋਵੇ। ਹੀ ਹੁੰਦਾ ਹੈ। ਹਮ, ਹਾਂਜੀ, ਇਹ ਹਮੇਸ਼ਾ ਹੀ ਹੁੰਦਾ ਕਿਉਂਕਿ ਕਿ ਮਾਪੇ ਹਮੇਸ਼ਾ ਕੰਪੈਰੀਜ਼ਨ ਕਰਦੇ ਆ ਆਪਦੇ ਬੱਚਿਆਂ ਦਾ ਕਰਦੇ ਆ ਦੂਜਿਆਂ ਨਾਲ ਕਿ ਉਹ ਉਹ ਸਭ ਤੋਂ। ਦੇਖੋ ਫਲਾਨਿਆਂ ਦਾ। ਜੀ ਜੀ, ਤੇ ਉਹ ਜੀ ਉਹਨਾਂ ਦੀ ਜੀ ਜੀ ਮਾਨਸਿਕ ਹੈਲਥ ਵਾਸਤੇ ਬਹੁਤ ਹੀ ਖਤਰਨਾਕ ਸਾਬਿਤ ਹੁੰਦਾ ਕੰਪੈਰੀਜ਼ਨ। ਉਹ ਵੀ ਜਦੋਂ ਪੇਰੈਂਟਸ ਕਰ ਰਹੇ, ਬੱਚਾ ਖੁਦ ਕਰ ਰਿਹਾ ਉਹ ਠੀਕ ਹੈ, ਕਿਉਂ? ਕਿਉਂਕਿ ਅਜੇ ਉਹਨੂੰ ਹਮ, ਸਮਝ ਨਹੀਂ, ਉਹ ਬਾਹਰ ਦੇਖ ਰਿਹਾ ਕਿ ਉਹਦੀ ਲਾਈਫ ਹਮ, ਤਾਂ ਇਦਾਂ ਦੀ ਹੈ, ਮੇਰੇ ਫਰੈਂਡ ਦੀ ਲਾਈਫ ਤਾਂ ਇਦਾਂ ਦੀ ਹੈ, ਉਹ ਇਸ ਪੋਜੀਸ਼ਨ ਤੇ ਪਹੁੰਚ ਗਿਆ, ਐਵੇਂ ਰਹਿ ਰਿਹਾ ਉਹ। ਲੇਕਿਨ ਪੇਰੈਂਟਸ ਨੂੰ ਤੇ ਇਸ ਗੱਲ ਦੀ ਸਮਝ ਹੋਣੀ ਚਾਹੀਦੀ ਹੈ। ਜਦੋਂ ਪੇਰੈਂਟਸ ਇਸ ਗੱਲ ਨੂੰ ਸਮਝਣਗੇ ਕਿ ਮੈਂ ਬੱਚੇ ਨੂੰ ਕਿਸ ਕੰਪੈਰੀਜ਼ਨ ਕਰਕੇ ਦਿਖਾਉਣਾ ਨਹੀਂ, ਕੰਪੈਰੀਜ਼ਨ ਤਾਂ ਉਹਨੇ ਖਤਮ ਕਰਨਾ, ਹਮ, ਲੇਕਿਨ ਉਹ ਕੰਪੈਰੀਜ਼ਨ ਦਿਖਾ ਰਿਹਾ ਉਹਨੂੰ ਕਿ ਦੇਖ ਪੜੋਸੀ ਦਾ ਹਮ, ਬੱਚਾ ਐਵੇਂ ਦਾ, ਆਪਣੇ ਰਿਲੇਟਿਵ ਦਾ ਬੱਚਾ ਐਵੇਂ ਦਾ, ਉਹ ਇੱਥੇ ਪਹੁੰਚ ਗਿਆ, ਉਹ ਆਹ ਕਰ ਰਿਹਾ, ਫਿਰ ਉਹ ਚੀਜ਼ਾਂ ਉਹਨੂੰ ਪ੍ਰੈਸ਼ਰਾਈਜ਼ ਕਰਨਗੀਆਂ। ਫਿਰ ਉਹ ਜੀ ਪ੍ਰੈਸ਼ਰ ਦੇ ਜੀ ਵਿੱਚ ਡਿਸੀਜਨ ਲੈ ਰਿਹਾ, ਪ੍ਰੈਸ਼ਰ ਦੇ ਵਿੱਚ ਸਟੱਡੀ ਕਰ ਰਿਹਾ, ਪ੍ਰੈਸ਼ਰ ਦੇ ਵਿੱਚ ਕਿਸੇ ਕੰਪੀਟੀਸ਼ਨ ਦੇ ਵਿੱਚ ਜਾ ਰਿਹਾ। ਪ੍ਰੈਸ਼ਰ ਕੰਪੈਰੀਜ਼ਨ ਨਹੀਂ ਕਰਕੇ ਉਹਨੂੰ ਉਹਦੀ ਲਾਈਫ ਦੀ ਵੈਲਿਊਜ਼ ਦੱਸੀਆਂ ਜਾਣ ਕਿ ਆਪਣੀ ਲਾਈਫ, ਮੇਰੀ ਲਾਈਫ, ਤੁਹਾਡੀ ਲਾਈਫ, ਅਗਰ ਆਪਾਂ ਇਸ ਚੀਜ਼ ਨੂੰ ਕਰਦੇ ਹਾਂ ਤੇ ਉਹ ਕਿੱਦਾਂ ਬੈਟਰ ਹੁੰਦੀ ਹੈ। ਫਿਰ ਉਸ ਤੋਂ ਬਾਅਦ ਉਹ ਇਹ ਦੇਖਿਆ ਜਾਣਾ ਚਾਹੀਦਾ ਕਿ ਕੀ ਆਪਾਂ ਉਹਦੇ ਲਈ ਐਲੀਜੀਬਲ ਹਾਂ, ਐਬਲ ਹਾਂ। ਅਗਰ ਉਹ ਬੱਚਾ ਉਸ ਤਰ੍ਹਾਂ ਦਾ ਸੋਚਦਾ ਹੈ ਤੇ ਉਹਨੂੰ ਉਸ ਜੌਬ ਦੇ ਵਿੱਚ, ਉਸ ਕੰਪੀਟੀਸ਼ਨ ਦੇ ਵਿੱਚ ਪਾਓ, ਨਹੀਂ ਤਾਂ ਉਹਨੂੰ ਜੋ ਉਹਦੀ ਕ੍ਰੀਏਟੀਵਿਟੀ ਆ, ਜੋ ਉਹ ਕਰਨਾ ਚਾਹੁੰਦਾ, ਉਹਨੂੰ ਉੱਧਰ ਜਾਣ ਦਿਓ। ਜੀ ਜੀ ਉਹਦੀ ਐਬਿਲਿਟੀ ਨੂੰ ਪਛਾਣਨ ਦੀ ਕੋਸ਼ਿਸ਼ ਕੀਤੀ ਜਾਵੇ, ਫਿਰ ਉਹਦੇ ਤੇ ਕਦੀ ਵੀ ਪ੍ਰੈਸ਼ਰ ਨਹੀਂ ਪਏਗਾ।
ਪਰ ਮੈਨੂੰ ਇੱਥੇ ਲੱਗਦਾ ਹੁੰਦਾ ਕਿ ਬੱਚਿਆਂ ਨਾਲੋਂ ਜ਼ਿਆਦਾ ਪਹਿਲਾਂ ਮਾਪਿਆਂ ਦੀ ਕਲਾਸ ਲਾਉਣੀ ਬਣਦੀ ਹੈਗੀ ਹੈ ਬਹੁਤ ਵੀ ਜ਼ਿਆਦਾ ਉਹਨਾਂ ਨੂੰ ਅਵੇਅਰਨੈਸ ਦੀ ਇਹ ਲੋੜ ਆ। ਚੀਜ਼ਾਂ ਬਹੁਤ ਜ਼ਿਆਦਾ ਜੋ ਇਹ ਚੀਜ਼ਾਂ ਮੈਨੂੰ ਲੱਗਦਾ ਕਿ ਸਮਝ ਹੀ ਨਹੀਂ ਆਉਂਦੀਆਂ ਔਰ ਨਹੀਂ ਹੁੰਦੇ। ਡਿਪਰੈਸ਼ਨ ਵਾਲੀ ਜਿਹੜੀ ਇਹ ਆਪਣੇ ਲੋਕ ਤਾਂ ਸਮਝਦੇ ਨਹੀਂ ਕਿ ਡਿਪਰੈਸ਼ਨ ਵੀ ਕੋਈ ਬਿਮਾਰੀ ਹੁੰਦੀ ਹੈ ਬਿਲਕੁਲ ਜੀ। ਵੀ ਇਸ ਚ ਜਾ ਰਹੇ ਆ ਅਸੀਂ ਜਾ ਰਹੇ ਆ ਜਾਂ ਸਾਡਾ ਬੱਚਾ ਜਾ ਰਿਹਾ ਉਹ ਇਹ ਚੀਜ਼ਾਂ ਸਮਝ ਹੀ ਨਹੀਂ ਪਾਉਂਦੇ ਇਹ ਚੀਜ਼ਾਂ ਹਾਂਜੀ, ਸਮਝਣੀਆਂ ਬਹੁਤ ਜ਼ਰੂਰੀ ਹੈ ਤੇ ਮੈਨੂੰ ਕਿਉਂਕਿ ਉਹ ਐਵੇਂ ਫਿਜੀ ਲੱਗਦਾ ਕਿ ਹਾਂ ਹਾਂ ਜੀ ਜੀ ਕਿ ਦਬਾਅ ਜਿਵੇਂ ਕਿ ਜਿਹੜਾ ਆਪਾਂ ਦਬਾਅ ਸਭ ਤੋਂ ਹਾਂਜੀ, ਜ਼ਿਆਦਾ ਬੱਚਿਆਂ ਤੇ ਪਾਉਣਾ ਵੀ ਹਾਂਜੀ ਬਿਲਕੁਲ, ਤੁਸੀਂ ਇਹ ਕੰਮ ਕਰਨਾ ਹੀ ਆ ਇੰਨੇ ਨੰਬਰ ਲੈ ਕੇ ਆਉਣੇ ਹੀ ਆ ਇਸ ਵਾਰ ਤੁਸੀਂ ਪਿੱਛੇ ਰਹਿ ਗਏ ਹੋ ਜਾਂ ਫਿਰ ਫਲਾਨਿਆਂ ਦਾ ਬੱਚਾ ਜਾਂ ਬੇਟਾ ਬੇਟੀ ਉਹ ਇੰਨੇ ਨੰਬਰ ਲੈ ਕੇ ਆਉਂਦੇ ਆ ਜਾਂ ਫਸਟ ਸੈਕਿੰਡ ਹੂੰ, ਥਰਡ ਆਉਂਦੇ ਹੈਗੇ ਆ ਇੱਥੇ ਹੂੰ, ਕੰਪੈਰੀਜ਼ਨ ਹੈਗਾ ਸਭ ਤੋਂ ਖਤਰਨਾਕ ਹੈਗਾ ਮੈਨੂੰ ਲੱਗਦਾ ਤੇ ਇਹ ਹਾਂਜੀ। ਚੀਜ਼ ਪਹਿਲਾਂ ਮਾਪਿਆਂ ਨੂੰ ਸਮਝਣੀ ਪਊ ਹਾਂ, ਕਿਉਂਕਿ ਕੰਪੈਰੀਜ਼ਨ ਬੱਚਾ ਜਿਹੜਾ ਆਪਣੇ ਲੈਵਲ ਤੇ ਉਹ ਕਰ ਹੀ ਰਿਹਾ, ਲੇਕਿਨ ਪੇਰੈਂਟਸ ਉਸ ਤੋਂ ਬਹੁਤ ਜ਼ਿਆਦਾ ਖਤਰਨਾਕ ਤਰੀਕੇ ਨਾਲ ਕੰਪੈਰੀਜ਼ਨ ਕਰ ਰਿਹਾ। ਜੀ ਜੀ ਹਾਂਜੀ, ਔਰ ਤੁਸੀਂ ਸਕੂਲ ਕਾਲਜ ਯੂਨੀਵਰਸਿਟੀ ਚ ਜਾਂਦੇ ਹੋ ਆਪਣੇ ਉੱਥੇ ਤੁਹਾਡਾ ਪ੍ਰੋਗਰਾਮ ਜੋ ਇਹ ਮੈਂਟਲ ਹੈਲਥ ਤੇ ਕਰਦੇ ਹੋ ਤੇ ਕੀ ਤੁਸੀਂ ਸਿਰਫ ਸਟੂਡੈਂਟਸ ਨੂੰ ਕਦੇ ਪੇਰੈਂਟਸ ਦਾ ਵੀ ਇਸ ਤਰ੍ਹਾਂ ਦਾ ਮਤਲਬ ਸਪੈਸ਼ਲੀ ਉਹਨਾਂ ਦਾ ਪ੍ਰੋਗਰਾਮ ਕੀਤਾ ਜਾਂ ਉਹਨਾਂ ਨੂੰ ਇਸ ਬਾਰੇ ਸਮਝਾਇਆ ਜੀ ਬਿਲਕੁਲ, ਸਪੈਸ਼ਲੀ ਜਿਵੇਂ ਪੇਰੈਂਟ ਮੀਟਿੰਗ ਤੇ ਕੁਝ ਸਕੂਲ ਕਾਲਜਸ ਮਤਲਬ ਆਪਣਾ ਪ੍ਰੋਗਰਾਮ ਆਰਗੇਨਾਈਜ਼ ਕਰਵਾਉਂਦੇ ਨੇ ਕਿ ਇਕੱਲੇ ਪੇਰੈਂਟਸ ਨੂੰ ਹੀ ਬੁਲਾ ਕੇ ਉਹਨਾਂ ਤੇ ਕਿ ਬੱਚਿਆਂ ਦੇ ਵਿੱਚ ਤੇ ਪੇਰੈਂਟਸ ਦੇ ਵਿੱਚ ਕਮਿਊਨੀਕੇਸ਼ਨ ਜਿਹੜਾ ਇੱਕ ਗੈਪ ਆ ਉਹਨੂੰ ਕਿੱਦਾਂ ਖਤਮ ਕੀਤਾ ਜਾ ਸਕੇ ਜਾਂ ਆਪਣਾ ਉਹਨਾਂ ਨਾਲ ਵਿਵਹਾਰ ਕਿੱਦਾਂ ਹੋਣਾ ਚਾਹੀਦਾ, ਇਹ ਬਹੁਤ ਇੰਪੋਰਟੈਂਟ ਨੇ ਔਰ ਇਹ ਗੱਲਾਂ ਹੁੰਦੀਆਂ ਨੇ ਸੈਮੀਨਾਰਸ ਦੇ ਵਿੱਚ ਜਾਂ ਜੀ ਟ੍ਰੇਨਿੰਗ ਦੇ ਵਿੱਚ। ਜੀ ਜੀ ਔਰ ਬਹੁਤ ਜ਼ਰੂਰੀ ਵੀ ਹੈ ਹਾਂਜੀ, ਔਰ ਮੈਨੂੰ ਲੱਗਦਾ ਕਿ ਤੁਸੀਂ ਆਪਣਾ ਇੱਕ ਇਸ ਤਰ੍ਹਾਂ ਦਾ ਚੈਨਲ ਵੀ ਸ਼ੁਰੂ ਕਰ ਦਿਓ ਸਿਰਫ ਪੇਰੈਂਟਸ ਨੂੰ ਅਵੇਅਰ ਕਰਨ ਵਾਲਾ ਹੀ ਕਿ ਜੀ ਪੇਰੈਂਟਸ ਜ਼ਰੂਰ ਜੀ ਸਿੱਖਣ ਜ਼ਰੂਰ। ਉਸ ਚੋਂ ਕਿ ਅਸੀਂ ਬੱਚਿਆਂ ਨੂੰ ਕਿਵੇਂ ਆਪਣਿਆਂ ਨੂੰ ਵੱਡੇ ਕਰਨਾ ਹੈਗਾ ਜਾਂ ਉਹਨਾਂ ਨੂੰ ਹਾਂਜੀ, ਅਸੀਂ ਸ਼ੁਰੂ ਤੋਂ ਲੈ ਕੇ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਕਿ ਬੱਚੇ ਅੱਜ ਕੱਲ ਬਹੁਤ ਖਤਰਨਾਕ ਮੋਡ ਹੋ ਗਿਆ ਹੈਗਾ ਵੀ ਅੱਜ ਦੀ ਜਨਰੇਸ਼ਨ ਦਾ ਕਿ ਉਹ ਬਹੁਤ ਮਤਲਬ ਓਵਰ ਥਿੰਕਿੰਗ ਜਿਸ ਤੇ ਅਸੀਂ ਸ਼ੁਰੂਆਤ ਕੀਤੀ ਸੀ ਗੱਲ ਦੀ ਆਪਣਾ ਪ੍ਰੋਗਰਾਮ ਸ਼ੁਰੂ ਕੀਤਾ ਸੀ ਵੀ ਓਵਰ ਥਿੰਕਿੰਗ ਨੂੰ ਲੈ ਕੇ ਤੇ ਜਿਹੜਾ ਸਾਡਾ ਦੇਸ਼ ਦਾ ਭਵਿੱਖ ਹੈਗਾ ਜਿਨ੍ਹਾਂ ਨੇ ਆਉਣ ਵਾਲਾ ਜਿਹੜਾ ਸਮਾਂ ਹੈਗਾ ਉਸ ਨੂੰ ਸਵਾਰਨਾ ਹੈਗਾ ਜਾਂ ਸਾਡੇ ਦੇਸ਼ ਦੇ ਭਵਿੱਖ ਨੂੰ ਤੇ ਵੀ ਉਹ ਹੀ ਉਲਝਣ ਚ ਪੈ ਗਿਆ ਉਹ ਡਿਪਰੈਸ਼ਨ ਚ ਚਲਾ ਗਿਆ ਤਾਂ ਸਾਰਾ ਮਤਲਬ ਢਾਂਚਾ ਹੈਗਾ ਡਾਵਾਂਡੋਲ ਹੋ ਜਾਏਗਾ ਹਨਾ ਜੀ ਤੇ ਉਹਨਾਂ ਨੂੰ ਵੀ ਅਵੇਅਰਨੈਸ ਦੀ ਲੋੜ ਹੈਗੀ ਹੈ ਜੀ ਬਿਲਕੁਲ, ਤੁਸੀਂ ਪੇਰੈਂਟਸ ਦੀ ਗੱਲ ਕੀਤੀ ਕਿ ਇੱਕ ਪ੍ਰੋਗਰਾਮ ਚੈਨਲ ਵੀ ਸ਼ੁਰੂ ਕਰੋ। ਮੈਂ ਥੋੜਾ ਜਿਹਾ ਤੁਹਾਨੂੰ ਹੋਰ ਅਗਰ ਡੀਪ ਜਾ ਕੇ ਗੱਲ ਦੱਸਾਂ, ਤੁਸੀਂ ਅਗਰ ਜੀ ਜਿੰਨੇ ਵੀ ਅੱਜ ਮਹਾਵੀਰ ਮਤਲਬ ਵੱਡੇ ਵੱਡੇ ਯੋਧਿਆਂ ਦੇ ਨਾਮ ਲਓਗੇ ਜਿਨ੍ਹਾਂ ਨੇ ਸਮਾਜ ਲਈ ਸੁਸਾਇਟੀ ਲਈ ਜਾਂ ਕੁਝ ਵੱਡੇ ਪੱਧਰ ਤੇ ਜਾ ਕੇ ਕੀਤਾ ਔਰ ਸਾਨੂੰ ਇੱਕ ਗੱਲ ਸਮਝਣ ਦੇ ਵਿੱਚ ਆਈ ਕਿ ਅਗਰ ਤੁਸੀਂ ਉਹਨਾਂ ਦੀ ਮਦਰ ਨੂੰ ਜਾ ਕੇ ਜਾਂ ਉਹਨਾਂ ਦੀ ਮਦਰ ਨੂੰ ਪੜ੍ਹੋਗੇ, ਉਹਨਾਂ ਦੀ ਮਦਰ ਦੇ ਬਾਰੇ ਸੁਣੋਗੇ ਤੇ ਉਹਨੇ ਗਰਭ ਤੋਂ ਹੀ ਉਹ ਚੀਜ਼ਾਂ ਨੂੰ ਡਿਵੈਲਪ ਕਰਨਾ ਸ਼ੁਰੂ ਕਰਤਾ। ਤੇ ਜਿਹੜੀ ਪੇਰੈਂਟਿੰਗ ਆ ਇਹ ਬੱਚੇ ਹੋਣ ਤੋਂ ਬਾਅਦ ਦੀ ਨਹੀਂ ਗੀ, ਇਹ ਬੱਚੇ ਹੋਣ ਤੋਂ ਪਹਿਲਾਂ ਦੀ ਆ। ਹਾਂ 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 ਹੁਣ ਹਾਂ ਅਗਰ ਇਸ ਸਹੀ ਪੱਧਰ ਕਹਿ ਤੇ ਰਹੇ ਹੋ ਅਗਰ ਕੋਈ ਤੁਸੀਂ ਗੱਲ ਸਮਝ ਸਕੇ, ਅਗਰ ਇਸ ਪੱਧਰ ਤੇ ਕੋਈ ਹੂੰ ਗੱਲ ਸਮਝ ਸਕੇ ਤਾਂ ਉਹੀ ਫਿਰ ਉਹ ਜਿਵੇਂ ਭਗਤ ਬਣ ਸਕਦਾ ਹੈ, ਕੋਈ ਸਾਇੰਟਿਸਟ ਬਣ ਸਕਦਾ ਹੈ, ਉਹ ਫਿਰ ਉਹੀ ਬਣਨਗੇ। ਮਤਲਬ ਹਰ ਆਮ ਜਨਤਾ ਨਹੀਂ ਕੋਈ ਵੀ ਬਣੇਗੀ, ਉਹ ਬਹੁਤ ਹੀ ਯੂਨੀਕ ਹੁੰਦੇ ਨੇ ਤੇ ਉਹ ਜਿਹੜਾ ਗਰਭ ਹੈ ਉਹ ਕਿੰਨਾ ਯੂਨੀਕ ਹੋਏਗਾ, ਉਹ ਕਿੰਨਾ ਮਹਾਨ ਹੋਏਗਾ। ਤੁਸੀਂ ਜਿੰਨੇ ਵੀ ਮਤਲਬ ਮਹਾਨ ਲੋਕ ਹੋਏ ਨੇ ਉਹਨਾਂ ਦੀ ਮਦਰ ਬਾਰੇ ਪੜ੍ਹੋ, ਉਹਨਾਂ ਦੀ ਮਦਰ ਨੂੰ ਜਾ ਕੇ ਸਮਝੋ ਹੂੰ ਔਰ ਹਰ ਇੱਕ ਜੀ ਜੀ ਗਰਭਵਤੀ ਔਰਤ ਨੂੰ ਮਤਲਬ ਇਹਨਾਂ ਚੀਜ਼ਾਂ ਬਾਰੇ ਬਹੁਤ ਜਾਣਨਾ ਜ਼ਰੂਰੀ ਹੈ, ਸਮਝਣਾ ਚਾਹੀਦਾ ਹੈ। ਉਸ ਸਮੇਂ ਦੇ ਦੌਰਾਨ ਉਹਨਾਂ ਨੂੰ ਜੇ ਉਹ ਚਾਹੁੰਦੇ ਨੇ ਕਿ ਵੀ ਅਸੀਂ ਇੱਕ ਇਹੋ ਜਿਹਾ ਬੱਚਾ ਪੈਦਾ ਹੋਵੇ ਜਿਹੜਾ ਪੈਦਾ ਹੋਵੇ ਵੱਖਰਾ ਹੋਵੇ ਜਾਂ ਦੁਨੀਆ 'ਚ ਅਲੱਗ ਕਰੇ ਤਾਂ ਫਿਰ ਉਹਨਾਂ ਨੂੰ ਆਪ ਵੀ ਪਹਿਲਾਂ ਉਹ ਚੀਜ਼ਾਂ ਗ੍ਰਹਿਣ ਕਰਨੀਆਂ ਪੈਣਗੀਆਂ ਉਹਨਾਂ ਗ੍ਰਹਿਣ ਬਾਰੇ ਕਰਨੀਆਂ ਉਸ ਪੈਣ ਸਮੇਂ ਪੜ੍ਹਨਾ ਪਏਗਾ ਉਹਦਾ ਫੇਰ ਪ੍ਰਭਾਵ ਬਿਲਕੁਲ ਜ਼ਰੂਰ ਪੈਂਦਾ ਹੈਗਾ ਹਾਂ। ਇਸ ਗੱਲ ਤੋਂ ਮੈਨੂੰ ਲੇਕਿਨ ਯਾਦ ਆ ਗਈ ਕਿ ਮੈਂ ਲੇਕਿਨ ਜਦੋਂ ਬੱਚੇ ਹੋਣ ਵਾਲੇ ਸੀ ਉਦੋਂ ਪੋਇਟਰੀ ਪੜ੍ਹਦੀ ਸੀ ਤੇ ਬੇਟੀ ਮਤਲਬ ਉਦੋਂ ਹੀ ਉਵੇਂ ਹੀ ਲਿਖਦੀ ਹੈਗੀ ਆ ਮੇਰੇ ਵਾਂਗੂ ਤੇ ਸ਼ਾਇਦ ਉਹ ਤੇ ਇਹੀ ਪ੍ਰਭਾਵ ਹੈਗਾ ਤੇ ਇੱਕ ਬਿਲਕੁਲ ਹੋਰ ਬਿਲਕੁਲ ਵੀ ਮੈਂ ਬਹੁਤ ਸਾਰੇ ਉਦਾਹਰਨ ਦੇਖੇ ਹੈਗੇ ਆ ਹੂੰ ਬਈ ਉਹ ਚੀਜ਼ਾਂ ਗ੍ਰਹਿਣ ਤੇ ਉਹ ਚੀਜ਼ ਤੁਸੀਂ ਸਹੀ ਕਹੀ ਕਿ ਪਰ ਮੈਨੂੰ ਲੱਗਦਾ ਕਿ ਜਦੋਂ ਅੱਜ ਕੱਲ ਦੀਆਂ ਮਾਵਾਂ WhatsApp ਜਾਂ ਸੋਸ਼ਲ ਮੀਡੀਆ ਤੇ ਰਹਿਣਗੀਆਂ ਤਾਂ ਬੱਚਿਆਂ ਤੇ ਦਾ ਉਹ ਦਿਮਾਗ ਫਿਰ ਵੀ ਉਸ ਤਰ੍ਹਾਂ ਦਾ ਬਿਲਕੁਲ ਆਪਾਂ ਇਹ ਗੱਲ ਸਮਝ ਸਕਦੇ ਹਾਂ ਕਿ ਆਪਾਂ ਕਿਵੇਂ ਦੇ ਬੱਚੇ ਨੂੰ ਜਾਂ ਸਮਾਜ ਨੂੰ ਆਪਾਂ ਕਿਵੇਂ ਦਾ ਇੱਕ ਨਵਾਂ ਇਨਸਾਨ ਦੇ ਰਹੇ ਹਾਂ। ਹਾਂ ਹਾਂ ਬਿਲਕੁਲ ਬਿਲਕੁਲ ਤੇ ਫਿਰ ਅਸੀਂ ਇਹ ਵੀ ਕਹਿੰਦੇ ਦੇਖਿਆ ਕਿ ਵੀ ਸਾਡਾ ਬੱਚਾ ਤਾਂ ਫੋਨ ਹੀ ਨਹੀਂ ਛੱਡਦਾ ਕਿਉਂਕਿ ਅਸੀਂ ਖੁਦ ਨਹੀਂ ਬੱਚਿਆਂ ਸਾਹਮਣੇ ਉਹ ਚੀਜ਼ਾਂ ਅਸੀਂ ਹੂੰ ਖੁਦ ਕਰ ਰਹੇ ਹਾਂ ਉਸਦੇ ਜਨਮ ਤੋਂ ਬਾਅਦ ਵੀ ਇਹ ਹੂੰ ਚੀਜ਼ਾਂ ਹੋ ਰਹੀਆਂ ਨੇ
ਤੇ ਇੱਕ ਜਿਵੇਂ ਮਾਤਾ ਜੀ ਸੀ ਉਹਨਾਂ ਦੀ ਮਦਰ, ਮਤਲਬ ਉਹਨਾਂ ਦਾ ਆਪਣਾ ਮੇਰੇ ਕੋਲ ਕਾਲ ਆਈ ਕਿ ਮੇਰਾ ਆਪਣਾ ਬੇਟਾ ਹੈਗਾ ਜੋ ਗੇਮ ਹੈਗੀ, ਨਾਮ ਮੇਰਾ ਹੁਣ ਮਾਇੰਡ 'ਚ ਨਹੀਂ ਆ ਰਿਹਾ, ਉਹਦਾ ਬੁਰੀ ਤਰ੍ਹਾਂ ਉਸਨੂੰ ਆਦਤ ਹੋ ਚੁੱਕੀ ਆ ਤੇ ਵੀ ਫੋਨ ਨਹੀਂ ਛੱਡ ਰਿਹਾ। ਉਹ ਬਹੁਤ ਦੁਖੀ ਸੀਗੇ, ਹਨਾ। ਤੇ ਜੀ ਇਹੋ ਜਿਹੇ ਕੇਸ ਵੀ ਤੁਹਾਡੇ ਕੋਲ ਆਉਂਦੇ ਨੇ? ਹਾਂਜੀ, ਇਹ ਵੀ ਐਡਿਕਸ਼ਨ ਦੇ ਕੋਈ ਵਿੱਚ ਹਾਂ, ਮਾਈਂਡ ਆਪਣਾ ਇੱਕ ਐਡਿਕਸ਼ਨ ਦੇ ਵਿੱਚ ਚਲਾ ਜਾਂਦਾ ਹੈ, ਹਾਂ, ਹਾਂ। ਕਿਉਂਕਿ ਉੱਥੇ ਇੱਕ ਜੀ, ਜੀ। ਡੋਪਾਮਾਈਨ ਕੈਮੀਕਲ ਨਾਮ ਦਾ ਮਤਲਬ ਉਹ ਚੀਜ਼ ਉਹਨਾਂ ਨੂੰ ਅੱਛਾ ਲੱਗਦਾ ਹੈ, ਵਧੀਆ ਲੱਗਦਾ ਹੈ, ਲੇਕਿਨ ਹੂੰ, ਬਹੁਤ ਜ਼ਿਆਦਾ ਇੰਨਾ ਵਧੀਆ ਲੱਗਦਾ ਹੈ ਕਿ ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਕਿ ਇੱਕ ਅਸੀਂ ਕਿੰਨਾ ਗਲਤ ਕਰ ਰਹੇ ਹਾਂ ਆਪਣੀ ਲਾਈਫ ਨਾਲ। ਜੀ, ਜੀ। ਉਹ ਕੈਮੀਕਲ ਜਦੋਂ ਜੀ, ਰਿਲੀਜ਼ ਹੁੰਦੇ ਨੇ, ਉਹ ਆਪਣੇ ਆਪਣੇ ਰਿਐਕਸ਼ਨਸ ਫਿਰ ਦਿਖਾਉਂਦੇ ਨੇ। ਕੀ ਇਸ ਤਰ੍ਹਾਂ ਦਾ ਕੇਸ ਠੀਕ ਹੋ ਸਕਦੇ ਨੇ ਕਾਉਂਸਲਿੰਗ 100% ਨਾਲ, ਹੋ ਜਾਂ ਸਕਦੇ। ਉਹਨਾਂ ਨੂੰ? ਉਹ ਜੀ, ਫਿਰ ਲੈਵਲ ਤੇ ਦੇਖਿਆ ਜਾਂਦਾ, ਕੁਝ ਮੈਡੀਸਿਨ, ਅਗਰ ਕਿਸੇ ਨੂੰ ਮੈਡੀਸਿਨ ਦੀ ਲੋੜ ਪਵੇ ਤੇ ਫਿਰ ਉਹਦੀਆਂ ਮੈਡੀਸਿਨ ਵੀ ਚਲਾਈਆਂ ਜਾਂਦੀਆਂ ਨੇ, ਨਹੀਂ ਤਾਂ ਫਿਰ ਅਗਰ ਉਹ ਹੂੰ, ਡਾਇਗਨੋਸਿਸ ਦੇ ਵਿੱਚ ਪਤਾ ਲੱਗ ਜਾਂਦਾ ਕਿ ਮੈਡੀਸਿਨ ਦੀ ਲੋੜ ਹੈਗੀ ਹੈ ਕਿ ਨਹੀਂ, ਕਿ ਇਹ ਕਾਉਂਸਲਿੰਗ ਨਾਲ ਹੀ ਕੰਮ ਹੋ ਜਾਏਗਾ। ਉਹ ਕੇਸ ਤੇ ਡਿਪੈਂਡ ਜੀ, ਕਰਦਾ, ਜੀ। ਅਲੱਗ-ਅਲੱਗ ਕੇਸ ਤੇ ਡਿਪੈਂਡ ਕਰਦਾ। ਜੀ, 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 ਜੀ। ਹਾਂਜੀ ਇਹ ਮਤਲਬ ਇਹ ਵੀ ਬਹੁਤ ਜਿਵੇਂ ਸਮਝਣ ਦੀ ਲੋੜ ਹੈਗੀ ਆ ਮਾਤਾ-ਪਿਤਾ ਨੂੰ, ਮਾਪਿਆਂ ਨੂੰ ਇਹਨਾਂ ਚੀਜ਼ਾਂ ਦੀ। ਤੇ ਪਰ ਜੀ ਉਹ ਐਵੇਂ ਹੁੰਦਾ ਕਿ ਉਹ ਆਪਣੇ ਤਰੀਕੇ ਨਾਲ ਇਹ ਚੀਜ਼ਾਂ ਸਮਝਾਉਂਦੇ ਹੈਗੇ ਆ, ਵੀ ਕੁੱਟਦੇ, ਮਾਰਦੇ ਹੈਗੇ ਆ, ਲੜਦੇ ਆ ਜਾਂ ਫੋਨ ਹਾਂਜੀ, ਲੈ ਲੈਂਦੇ ਆ। ਮੈਨੂੰ ਲੱਗਦਾ ਇਹ ਤਰੀਕਾ ਤਾਂ ਸਹੀ ਨਹੀਂ ਹੈਗਾ, ਕਿਉਂਕਿ ਉਹ ਤਾਂ ਇੱਕ ਪਹਿਲਾਂ ਉਹਦੇ ਮਾਇੰਡ ਦੇਖੋ, ਨੂੰ ਸਮਝਣਾ ਪਊਗਾ। ਹਾਂ, ਉਹਦੇ ਅੰਦਰ ਆਪਾਂ ਇੱਕ ਹੋਰ ਡਰ ਪਾ ਰਹੇ ਨਾ ਕਿ ਆਪਾਂ ਡਰ ਨਾਲ ਕੰਮ ਕਰਾ ਰਹੇ ਹਾਂ, ਤੇ ਉਹ ਡਰ ਨਾਲ ਕਦੇ ਕਿੰਨਾ ਕੁ ਚਿਰ ਕੰਮ ਕਰੇਗਾ? ਉਹ ਡਰ ਇੱਕ ਦਿਨ ਬਹੁਤ ਵੱਡੀ ਇੱਕ ਇੱਕ ਮਤਲਬ ਹੀਨ ਭਾਵਨਾ ਦੇ ਅੰਦਰ, ਇੱਕ ਡਿਪਰੈਸ਼ਨ ਦੇ ਅੰਦਰ ਬਦਲ ਜਾਏਗਾ, ਜਾਂ ਪੇਰੈਂਟਸ ਦੇ ਪ੍ਰਤੀ ਹੂੰ, ਹੀ ਅਗਰੈਸਿਵ ਉਹਨਾਂ ਦੀ ਸੋਚ ਹੋ ਜਾਏਗੀ, ਨਫ਼ਰਤ ਵਾਲੀ ਸੋਚ ਹੋ ਹਾਂ, ਜਾਏਗੀ। ਉਹਨਾਂ ਜੀ, ਦੀਆਂ ਜੀ, ਨਜ਼ਰਾਂ ਦੇ ਵਿੱਚ, ਮਤਲਬ ਇੱਕ ਬੱਚੇ ਦੀ ਨਜ਼ਰ ਦੇ ਵਿੱਚ ਪੇਰੈਂਟਸ ਹੀ ਖੁਦ ਗਿਰ ਜਾਊਗਾ। ਉਹ ਸਮਝ ਲੂਗਾ ਕਿ ਇਹ ਕੁਝ ਵੀ ਨਹੀਂ। ਜੀ, ਜੀ। ਤੇ ਮਤਲਬ ਕਿ ਇੱਥੇ ਤੁਸੀਂ ਹੂੰ, ਹਾਂਜੀ, ਤੇ ਉਹਨਾਂ ਦੀ ਅਗਰ ਆਪਾਂ ਪੇਰੈਂਟਸ ਨਜ਼ਰਾਂ ਵਿੱਚ ਉੱਠਣਾ ਚਾਹੁੰਦੇ ਨੇ, ਤਾਂ ਬੱਚੇ ਨੂੰ ਵੀ ਉਸੇ ਨਜ਼ਰ ਨਾਲ ਦੇਖਣਾ ਚਾਹੋ। ਮਤਲਬ ਕਿ ਅੱਜ ਆਪਾਂ ਗੱਲਬਾਤ ਕਰ ਰਹੇ ਹਾਂ ਤੇ ਇੱਕ ਦੋ ਦੋ ਪਰਸਨ ਨੇ, ਬੱਚਾ ਇੱਕ ਪੇਰੈਂਟਸ ਹੂੰ, ਪੇਰੈਂਟਸ ਨੇ, ਉਹ ਦੋਵੇਂ, ਤੇ ਉਹ ਇੱਕ ਉਹ ਜੀ, ਪੇਰੈਂਟਸ ਚਾਹੁੰਦਾ ਕਿ ਮੈਨੂੰ ਮੇਰੇ ਨਾਲ ਰਿਸਪੈਕਟ ਕਰੇ, ਲੋਕਾਂ ਦੇ ਸਾਹਮਣੇ ਹੂੰ, ਮੈਨੂੰ ਚੰਗਾ ਬੁਲਾਵੇ, ਲੇਕਿਨ ਇਹ ਪੇਰੈਂਟਸ ਨੂੰ ਵੀ ਇਹ ਗੱਲ ਧਿਆਨ 'ਚ ਰੱਖਣੀ ਪਊਗੀ ਕਿ ਮੈਂ ਆਪਣੇ ਬੱਚੇ ਨੂੰ ਕਿੱਦਾਂ ਟਰੀਟ ਕਰਦਾ। ਲੇਕਿਨ ਉਹ ਗਲਤ, ਜੀ, ਪੇਰੈਂਟਸ ਦੀ ਇੱਕ ਸਾਈਕੋਲੋਜੀ ਗਲਤ ਹੈ ਕਿ ਇਹ ਤਾਂ ਮੇਰਾ ਹੱਕ ਹੈ, ਉਹ ਮੇਰਾ ਬੱਚਾ ਹੈ। ਨਹੀਂ, ਉਹ ਹੱਕ ਨਹੀਂ। ਉਹਨੂੰ ਆਪਾਂ ਕੁਝ ਵੀ ਬੱਚੇ ਨੂੰ ਬੋਲ ਦਿੰਦੇ ਆ, ਤੂੰ ਐਵੇਂ ਆ, ਤੂੰ ਉਵੇਂ ਆ, ਤੈਨੂੰ ਕੁਝ ਪਤਾ ਨਹੀਂ। ਉਹ ਬਹੁਤ ਨੈਗੇਟਿਵ ਹਾਂ, ਇੰਪੈਕਟ ਪਾਉਂਦੀਆਂ ਨੇ ਉਹਦੀ ਸਾਈਕੋਲੋਜੀ ਤੇ ਪੇਰੈਂਟਸ ਦੀ ਜਿਹੜੀ ਮਤਲਬ ਜਿਹੜੀ ਉਹ ਰਿਸਪੈਕਟ ਚਾਹੁੰਦਾ, ਉਹ ਕਦੇ ਬੱਚਾ ਰਿਸਪੈਕਟ ਕਰੇਗਾ ਨਹੀਂ। ਇਸ ਕਰਕੇ ਉਹਨੂੰ ਪਿਆਰ ਦੇ ਹੂੰ, ਨਾਲ, ਤਰੀਕੇ ਦੇ ਨਾਲ, ਇੱਕ ਅੰਡਰਸਟੈਂਡਿੰਗ, ਇੱਕ ਸਮਝ ਦੇ ਨਾਲ ਉੱਪਰ ਉਠਾਉਣ ਦਾ ਕੰਮ ਕੀਤਾ ਜਾਵੇ, ਤਾਂ ਕਿ ਦੋਨਾਂ ਦੀਆਂ ਗਿਰਾਵਟ ਕਿਤੇ ਵੀ ਨਾ ਆਵੇ। ਬੱਚੇ ਨੂੰ ਵੀ ਗਰਵ ਫੀਲ ਹੋਵੇ ਕਿ ਮੈਂ ਜੀ, ਇਹਦਾ ਬੱਚਾ ਹੈ, ਤੇ ਪੇਰੈਂਟਸ ਨੂੰ ਇਹ ਫੀਲ ਹੋਵੇ ਕਿ ਇਹ ਮੇਰਾ ਬੱਚਾ ਹੈ। ਹਾਂ। ਉਹ ਫਿਰ ਔਰ ਆਪਾਂ ਨੂੰ ਇੱਥੇ ਉਸ ਲੈਵਲ ਜਿੱਥੇ ਤੇ ਕੰਮ ਤੁਸੀਂ ਕਰਨਾ ਪਏਗਾ। ਜੀ, ਜਿੱਥੇ ਤੁਸੀਂ ਕਿਹਾ ਕਿ ਬਈ ਏਦਾਂ ਦਾ ਕੁਝ ਬੋਲ ਦਿੰਦੇ ਆ ਪੇਰੈਂਟਸ ਬੱਚੇ ਨੂੰ, ਜਿਹ 'ਚ ਉਹ 'ਚ ਹੀਨ ਭਾਵਨਾ ਆ ਜਾਂਦੀ ਹੈ। ਇਹ ਅਧਿਆਪਕ ਵੀ ਕਰਦੇ ਆ ਵੀ ਤੈਨੂੰ ਤਾਂ ਕੁਝ ਨਹੀਂ ਆਉਂਦਾ, ਤੂੰ ਤਾਂ ਜ਼ੀਰੋ ਹੂੰ, ਆ, ਤੂੰ ਤਾਂ ਕਰ ਕੁਝ ਨਹੀਂ ਸਕਦਾ, ਹਨਾ। ਜੀ ਇਹ ਚੀਜ਼ਾਂ ਵੀ ਪ੍ਰਭਾਵ ਪਾਉਂਦੀਆਂ ਬੱਚੇ ਤੇ। 100% ਉਹਨਾਂ ਦੀ ਸਾਈਕੋਲੋਜੀ ਤੇ ਇਫੈਕਟ ਪਾਉਂਦਾ। ਉਹਨੂੰ ਇੱਕ ਦਿਨ ਅਗਰ ਇੱਕ ਦੋ ਚੀਜ਼ਾਂ ਨਹੀਂ ਵੀ ਹੁੰਦੀਆਂ, ਉਹਨੂੰ ਨਹੀਂ ਆਉਂਦੀਆਂ, ਫਿਰ ਉਹਨੂੰ ਹੂੰ, ਲੱਗਣ ਵੀ ਲੱਗ ਜਾਂਦਾ ਸਾਈਕੋਲੋਜੀਕਲ ਲੈਵਲ ਤੇ ਕਿ ਯਾਰ ਮੇਰੇ ਤੋਂ ਤੇ ਹੋਣਾ ਹੀ ਨਹੀਂ, ਮੈਂ ਤਾਂ ਕੁਝ ਕਰ ਵੀ ਨਹੀਂ ਸਕਦਾ। ਉਹ ਆਪਣੇ ਆਪ ਨੂੰ ਉਸ ਤਰ੍ਹਾਂ ਦਾ ਫਿਰ ਮੰਨਣ ਹੂੰ, ਵੀ ਲੱਗ ਜਾਂਦਾ। ਜੀ, ਜੀ, ਬਿਲਕੁਲ ਹਾਂ ਤੁਸੀਂ ਠੀਕ ਕਿਹਾ। ਔਰ ਇਹਦੇ ਵਿੱਚੋਂ ਨਿਕਲਣ ਵਾਸਤੇ ਜਿਵੇਂ ਅ, ਕੀ ਤੁਸੀਂ ਮਤਲਬ ਉਹਨਾਂ ਤੇ ਟਰਾਈ ਕਰਦੇ ਹੋ, ਜਾਂ ਕੀ ਅਜਮਾਉਂਦੇ ਹੋ? ਹਿਪਨੋਟਾਈਜ਼, ਜਾਂ ਕਿਹੜੀਆਂ ਦਵਾਈਆਂ, ਜਾਂ ਕਿਸ ਤਰ੍ਹਾਂ ਦੀ ਕਾਉਂਸਲਿੰਗ ਹੁੰਦੀ ਹੈ, ਜਾਂ ਉਹਦਾ ਸਮਾਂ ਕਿੰਨਾ ਹੁੰਦਾ ਹੈ ਜਦੋਂ ਤੁਸੀਂ ਇਸ ਤਰ੍ਹਾਂ ਦੇ ਕੇਸ ਹੈਂਡਲ ਕਰਦੇ ਹੋ, ਜਾਂ ਤੁਹਾਡੇ ਕੋਲ ਆਉਂਦੇ ਆ ਜਦੋਂ ਇਹ ਕੇਸ? ਜੀ, ਜਿਵੇਂ ਦੇਖੋ, ਕਿਸ ਤੁਸੀਂ ਤਰ੍ਹਾਂ ਸਮੇਂ ਟਰੀਟਮੈਂਟ? ਦੀ ਗੱਲ ਕੀਤੀ, ਸਮਾਂ ਸਭ ਨੂੰ ਅਲੱਗ-ਅਲੱਗ ਲੱਗਦਾ ਹੈ ਕਿ ਅਗਰ ਕੋਈ 10 ਸਾਲ ਤੋਂ ਜੀ, ਪਰੇਸ਼ਾਨ ਹੈ, ਹੋ ਸਕਦਾ ਉਹਨੂੰ ਜ਼ਿਆਦਾ ਸਮੇਂ ਲੱਗੇ। ਦੂਸਰੀ ਗੱਲ ਮੈਂ ਇਹ ਕੀਤੀ ਹੂੰ, ਕਿ ਸਮਾਂ ਇੱਕ ਪਲ ਦੇ ਵਿੱਚ ਵੀ ਕੁਝ ਹੋ ਜਾਂਦਾ ਹੈ, ਅਗਰ ਕਿਸੇ ਨੂੰ ਸਮਝ ਆ ਗਈ, ਹੂੰ, ਕਿਉਂਕਿ ਇਹ ਮਾਈਂਡ ਦੀ ਸਪੀਡ ਤੇ ਕੰਮ ਕਰਦਾ ਹੈ, ਕਿਉਂਕਿ ਉਹ ਮਾਈਂਡ ਜੀ, ਸਲੋ ਲੈਵਲ ਤੇ ਚੱਲਣਾ ਸ਼ੁਰੂ ਹੋ ਜਾਂਦਾ ਹੈ। ਜਦੋਂ ਇੱਕ ਨੈਗੇਟਿਵਿਟੀ 'ਚ ਹੂੰ, ਕੋਈ ਵੀ ਪਰਸਨ ਜਾਂਦਾ, ਉਹ ਮਾਈਂਡ ਦੀ ਸਪੀਡ ਉਹਦੀ ਕਿੰਨੀ ਹੈ, ਲਰਨਿੰਗ, ਉਹ ਕਿੰਨੀ ਜਲਦੀ ਲਰਨ ਕਰ ਰਿਹਾ, ਅਗਰ ਕੋਈ ਗੱਲ ਦੱਸੀ ਜਾ ਰਹੀ ਹੈ, ਉਹਦੀ ਲਰਨਿੰਗ ਪਾਵਰ ਕਿੰਨੀ ਹੈ, ਉਹਦੇ ਤੇ ਜ਼ਿਆਦਾ ਡਿਪੈਂਡ ਹੂੰ, ਕਰਦਾ ਸਮਾਂ। ਸਭ ਨੂੰ ਅਲੱਗ-ਅਲੱਗ ਸਮਾਂ ਲੱਗਦਾ। ਇਹ ਨਹੀਂ ਕਿ ਜਿਹੜਾ ਬੰਦਾ 10 ਸਾਲ ਤੋਂ ਪਰੇਸ਼ਾਨ ਹੈ ਉਹਨੂੰ ਸਮਾਂ ਜ਼ਿਆਦਾ ਲੱਗੂਗਾ, ਤੇ ਜਿਹੜਾ 5 ਸਾਲ ਤੋਂ ਪਰੇਸ਼ਾਨ ਹੈ ਉਹਨੂੰ ਸਮਾਂ ਘੱਟ ਲੱਗੂਗਾ। ਨਹੀਂ, ਹੋ ਸਕਦਾ ਜਿਹੜਾ 10 ਸਾਲ ਦਾ ਬੰਦਾ, ਉਹ ਹੋ ਤੁਹਾਡੀ ਸਕਦਾ 2 ਦਿਨਾਂ ਆਵਾਜ਼ 'ਚ। ਕਲੀਅਰ ਨਹੀਂ ਪਹੁੰਚ ਰਹੀ ਥੋੜਾ। ਹਾਂਜੀ, ਹੁਣ ਹੈਲੋ, ਆਵਾਜ਼ ਆ ਰਹੀ ਹੈ?
ਹਾਂ ਹੁਣ ਸਹੀ ਜੀ ਜੀ ਬਿਲਕੁਲ ਜੀ ਮੈਂ ਕਿਹਾ ਟਾਈਮ ਰਿਪੀਟ ਇਹਦੇ ਕਰੋ ਵਿੱਚ ਨਹੀਂ, ਟਾਈਮ ਦੀ ਜਿਹੜੀ ਤੁਸੀਂ ਹਾਂ ਗੱਲ ਕਰ ਰਹੇ ਹੋ, ਟਾਈਮ ਇਹਦੇ ਵਿੱਚ ਕੋਈ ਬਾਉਂਡੇਸ਼ਨ ਨਹੀਂ ਆ। ਉਹਦੇ ਹਮ ਵਿੱਚ ਡਿਪੈਂਡ ਕਰਦਾ ਕਿ ਲਰਨਿੰਗ ਕਪੈਸਿਟੀ ਕਿਸੇ ਦੀ ਕਿਵੇਂ ਦੀ ਆ, ਔਰ ਜੀ ਲਰਨਰ ਕਿਵੇਂ ਦਾ ਹੈ। ਅਗਰ ਉਹ ਜਿੰਨਾ ਫਲੈਕਸੀਬਲ ਮਾਈਂਡ ਦਾ ਪਰਸਨ ਹੈ, ਅਗਰ ਉਹ ਪਰੇਸ਼ਾਨੀ ਦੇ ਵਿੱਚ ਗਿਆ ਹੈ, ਤੇ ਉਨੀ ਜਲਦੀ ਉਹ ਬਾਹਰ ਆ ਸਕਦਾ। ਇਹ ਬਿਲਕੁਲ ਨਹੀਂ ਡਿਪੈਂਡ ਕਰਦਾ ਕਿ ਅਗਰ ਕੋਈ 10 ਸਾਲ ਤੇ ਤੁਹਾਨੂੰ 1 ਮਹੀਨਾ ਲੱਗੇਗਾ, 5 ਸਾਲ ਵਾਲੇ ਨੂੰ 15 ਦਿਨ ਲੱਗਣਗੇ, ਇਹ ਨਹੀਂ ਮਾਇਨੇ ਰੱਖਦਾ। ਉਹ ਲਰਨਿੰਗ ਜੀ ਐਬਿਲਿਟੀ ਤੇ ਮਾਈਂਡ ਫਲੈਕਸੀਬਿਲਿਟੀ ਤੇ ਡਿਪੈਂਡ ਕਰਦਾ ਕਿ ਚੀਜ਼ਾਂ ਨੂੰ ਜੋ ਦੱਸਿਆ ਜਾ ਰਿਹਾ, ਜੋ ਤਰੀਕੇ ਅਪਣਾਏ ਜਾ ਰਹੇ ਆ, ਉਹ ਕਿੰਨੀ ਜਲਦੀ ਐਪਲੀਕੇਬਲ ਹੋ ਰਹੇ ਨੇ, ਕਿੰਨੀ ਜਲਦੀ ਅਪਲਾਈ ਹੋ ਰਹੇ ਨੇ। ਜੀ ਜੀ ਮਤਲਬ ਸਮਾਂ ਕਿੰਨਾ ਵੀ ਹੋ ਸਕਦਾ, 5 ਤੋਂ ਮੈਕਸਿਮਮ ਕਿੰਨਾ ਹੁੰਦਾਗਾ, ਮਤਲਬ ਜੇ ਅਸੀਂ ਸਾਰਿਆਂ ਨੂੰ ਵਿੱਚ ਰੱਖੀਏ। ਇੱਕ ਅੱਛਾ ਮਾਈਂਡ ਤਿਆਰ ਕਰਨ ਵਾਸਤੇ ਦੇਖੋ, ਮੈਂ ਅੱਜ ਅਗਰ ਮੈਂ ਆਪਣੀ ਗੱਲ ਕਰਾਂ ਕਿ ਮੈਂ ਅੱਜ ਇਸ ਲੈਵਲ ਤੇ ਕੰਮ, ਹਮ ਤੇ ਮੈਂ 2012-13 ਤੋਂ ਲੈ ਕੇ ਅੱਜ 22-23 ਹੋ ਗਿਆ, ਮਤਲਬ 10 ਸਾਲ ਹੋ ਗਏ ਮੈਨੂੰ ਇਸ ਫੀਲਡ ਦੇ ਵਿੱਚ। ਤੇ ਅੱਜ ਜਾ ਹਮ ਕੇ ਮੇਰਾ ਮਾਈਂਡ ਇੱਕ ਬਹੁਤ ਹੀ ਉੱਚੇ ਲੈਵਲ ਤੇ ਤਿਆਰ ਹੋਇਆ, ਜਾਂ ਕੁਝ ਚੀਜ਼ਾਂ ਨੂੰ ਸਮਝ ਸਕਦਾ ਹੈ। ਜੀ ਅਗਰ ਆਪਾਂ ਇੱਕ ਨਾਰਮਲ ਮਾਈਂਡ ਵੀ ਲੈ ਕੇ ਆਉਣਾ, ਜਾਂ ਉਹਨਾਂ ਪ੍ਰੋਬਲਮਸ ਨੂੰ ਵੀ ਦੂਰ ਕਰਨਾ ਹੈ, ਤੇ ਫਿਰ ਘੱਟ ਤੋਂ ਘੱਟ ਆਪਾਂ ਨੂੰ ਮਹੀਨਾ, 2 ਮਹੀਨੇ ਜਾਂ 3 ਮਹੀਨੇ ਬਹੁਤ ਹੀ ਵਧੀਆ ਤਰੀਕੇ ਨਾਲ ਤੇ ਸਮਰਪਿਤ ਤਰੀਕੇ ਨਾਲ ਦੇਣੇ ਚਾਹੀਦੇ ਆ, ਔਰ ਸਾਰੀਆਂ ਚੀਜ਼ਾਂ ਨੂੰ ਛੱਡ ਕੇ, ਕਿਉਂਕਿ ਮਾਈਂਡ ਬਹੁਤ ਜ਼ਰੂਰੀ ਹੈ। ਲੋਕੀ ਪ੍ਰੋਬਲਮਸ ਲੈ ਕੇ 10-10 ਸਾਲ, 20-20 ਸਾਲ ਲੈ ਕੇ ਤੁਰੇ ਫਿਰਦੇ ਨੇ, ਉਹਨਾਂ ਦੇ ਕੰਮ ਵੀ ਡਿਸਟਰਬ ਹੋ ਰਹੇ ਨੇ, ਲਾਈਫ ਡਿਸਟਰਬ ਹੋ ਰਹੀ ਆ, ਅੱਗੇ ਨਹੀਂ ਵਧ ਪਾ ਰਹੇ, ਹਮ ਲੇਕਿਨ ਪ੍ਰੋਬਲਮ ਨੂੰ ਛੱਡ ਨਹੀਂ ਰਹੇ। ਕਿਉਂ ਨਾ ਸਭ ਕੁਝ ਛੱਡ ਕੇ ਆਪਾਂ ਕੋਈ 1 ਮਹੀਨਾ, 2 ਮਹੀਨੇ, ਜਿੰਨਾ ਵੀ ਟਾਈਮ ਲੱਗੇ, ਉਹ ਟਾਈਮ ਲਾ ਕੇ ਆਪਣੇ ਮਾਈਂਡ ਨੂੰ ਠੀਕ ਕਰਕੇ, ਤੇ ਫਿਰ ਆਪਣੇ ਜਿਹੜੀ ਲਾਈਫ ਦੀ ਸਪੀਡ ਨੂੰ ਵਧਾਇਆ ਜਾ ਸਕਦਾ। ਜੀ 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 ਲਾਈਫ ਦੀ ਗਰੋਇੰਗ ਤੇ ਸਪੀਡ ਨੂੰ ਵਧਾਇਆ ਜਾ ਸਕਦਾ। ਉਹਦੇ ਵਾਸਤੇ ਆਪਾਂ ਨੂੰ ਇੱਕ ਰੁਕਣਾ ਪਊਗਾ, ਆਪਣੇ ਅੰਦਰ ਇੱਕ ਠਹਿਰਾਵ ਲੈ ਕੇ ਆਉਣਾ ਪਊਗਾ, ਆਪਣੇ ਅੰਦਰ ਪੇਸ਼ੈਂਸ ਨੂੰ ਡਿਵੈਲਪ ਕਰਨਾ ਪਊਗਾ, ਤਾਂ ਆਪਣੀ ਲਾਈਫ ਦੀ ਸਪੀਡ ਨੂੰ ਜੋ ਹੈ ਵਧਾ ਸਕਦੇ ਆ। ਨਹੀਂ ਤਾਂ ਪ੍ਰੋਬਲਮਸ ਦੇ ਨਾਲ ਵੀ ਚੱਲੀ ਜਾਵਾਂਗੇ, ਕੁਝ ਕਰਾਂਗੇ, ਅਸਫਲ ਹੋਵਾਂਗੇ, ਤੇ ਮਤਲਬ ਇਦਾਂ ਹੀ ਲਾਈਫ ਚੱਲਦੀ ਰਹੇਗੀ, ਡਿੱਗਾਂਗੇ ਉੱਠਾਂਗੇ, ਡਿੱਗਾਂਗੇ ਉੱਠਾਂਗੇ। ਕਦੀ ਲਾਈਫ 'ਚ ਸਪੀਡ ਨਹੀਂ ਫੜ ਸਕਦੇ ਕਿ ਜਿਹੜਾ ਕੰਮ ਆਪਾਂ 40 ਸਾਲਾਂ ਦੀ ਉਮਰ 'ਚ ਕਰਨਾ ਸੀ, ਜਾਂ ਉਹ ਹਮ ਮਤਲਬ ਜਿਹੜਾ ਆਪਾਂ 5 ਸਾਲਾਂ ਦੀ ਉਮਰ 'ਚ ਕਰਨਾ ਸੀ, ਉਹ 60 ਸਾਲ ਬੀਤ ਗਏ, ਅਜੇ ਤੱਕ ਨਹੀਂ ਹੋਇਆ। ਜੀ 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 ਉਹ ਜੀ ਸਪੀਡ ਨੂੰ ਅਗਰ ਵਧਾਉਣਾ ਚਾਹੁੰਦੇ ਆ, ਤੇ ਆਪਾਂ ਨੂੰ ਰੁਕਣਾ, ਆਪਣੇ ਅੰਦਰ ਪੇਸ਼ੈਂਸ ਡਿਵੈਲਪ ਕਰਨਾ, ਉਸ ਸਪੀਡ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਟਾਈਮ ਤੇ ਸਪੇਸ ਨੂੰ ਸਮਝਣਾ, ਸਪੀਡ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਇਹ ਜੀ ਸਾਈਕੋਲੋਜੀਕਲ ਐਜੂਕੇਸ਼ਨ ਦੇ ਵਿੱਚੋਂ ਸਾਰੀਆਂ ਚੀਜ਼ਾਂ ਮਤਲਬ ਕਰਵਾਈਆਂ ਜਾਂਦੀਆਂ। ਜੀ ਜੀ ਇੱਕ ਮੈਸੇਜ ਹੈ, ਇੱਕ ਸਵਾਲ ਹੈ ਤੁਹਾਡੇ ਲਈ, ਪ੍ਰਵੀਨ ਰਾਣੀ ਜੀ ਦਾ। ਉਹ ਕਹਿੰਦੇ ਆ ਕਿ ਜਦੋਂ ਬੱਚਾ ਬਹੁਤ ਜਿੱਦੀ ਹੈਗਾ, ਤੇ ਉਹ ਹਾਂਜੀ ਮਤਲਬ ਜਦੋਂ ਉਸਨੂੰ ਕੁਛ ਵੀ ਕਹੋ, ਰੋਕੋ, ਤਾਂ ਉਹ ਚੀਜ਼ਾਂ ਦੀ ਤੋੜ ਫੋੜ ਕਰਦਾ ਹੈ। ਜੀ। ਇਹ ਅੱਗੇ ਜਾ ਕੇ ਤਾਂ ਵੱਧ ਜਾਏਗਾ ਨਾ, ਜਿਵੇਂ ਜਿਵੇਂ ਉਹਦੀ ਗਰੋਥ ਹੋਏਗੀ, ਇਹ ਚੀਜ਼ ਉਹਦੇ ਵਿੱਚ ਜ਼ਿਆਦਾ, ਇਸ ਚੀਜ਼ ਨੂੰ ਕਿਵੇਂ ਹੈਂਡਲ ਕਰਨ। ਇਹ ਦੇਖੋ ਜੀ, ਬੜਾ ਸਿੰਪਲ ਹੈ। ਇਹ ਸਭ ਤੋਂ ਪਹਿਲਾਂ ਤੇ ਇਹਦੀ ਇਹ ਗੱਲ ਵੇਖਣੀ ਪਊਗੀ ਕਿ ਸ਼ੁਰੂਆਤ ਕਿੱਥੋਂ ਹੋਈ ਹੈ, ਉਹ ਅੱਜ ਜਿੱਦੀ ਕਿਉਂ ਆ। ਸਭ ਤੋਂ ਪਹਿਲਾਂ ਆਪਾਂ ਨੂੰ ਹਮ ਪ੍ਰੋਬਲਮ ਤੇ ਹੀ ਕੁਐਸਚਨ ਕਰਨਾ ਪਊਗਾ, ਕੁਐਸਚਨ ਤੇ ਕੁਐਸਚਨ ਕਰਨਾ ਪਊਗਾ। ਜਿਵੇਂ ਹੁਣ ਉਹਨਾਂ ਦਾ ਕੁਐਸਚਨ ਹੈ ਤੇ ਮੈਂ ਕੁਐਸਚਨ ਕੀਤਾ ਹੈ ਕਿ ਇਹਦੀ ਸ਼ੁਰੂਆਤ ਬਹੁਤ ਪਹਿਲਾਂ ਹੋ ਚੁੱਕੀ ਆ। ਅਗਰ ਸਪੋਜ਼ ਕਰੋ ਅੱਜ ਉਹਨਾਂ ਦੀ ਹਮ ਉਮਰ 10 ਸਾਲ ਦੀ ਹੈ, ਉਮਰ ਚਲੋ ਆਪਾਂ ਨੂੰ ਨਹੀਂ ਪਤਾ, ਹਮ ਲੇਕਿਨ ਆਪਾਂ ਇੱਕ ਆਈਡੀਆ ਲਾਣੇ ਕਿ 10 ਸਾਲ ਦੀ ਹੈ, ਤੇ ਉਹਦੀ ਸ਼ੁਰੂਆਤ 4-5 ਸਾਲਾਂ 'ਚ ਹੋ ਚੁੱਕੀ ਸੀ। ਕਿਉਂ? ਹਮ ਇੱਥੋਂ ਤੱਕ ਇੱਕ ਚੀਜ਼ ਮੈਨੂੰ ਸਮਝ ਆ ਰਹੀ, ਕਿਉਂਕਿ ਮੈਂ ਕੇਸਿਸ ਦੇਖੇ ਨੇ ਕਿ ਉਹਨਾਂ ਨੇ ਟਾਈਮ ਨਹੀਂ ਦਿੱਤਾ। ਹਮ ਅਗਰ ਟਾਈਮ ਦਿੱਤਾ ਤਾਂ ਗਲਤ ਤਰੀਕੇ ਨਾਲ ਦਿੱਤਾ। ਉਹਨਾਂ ਦੀ ਕੇਅਰ ਦੇ ਵਿੱਚ ਕੁਝ ਨਾ ਕੁਝ, ਕਿਤੇ ਨਾ ਕਿਤੇ ਉਹਦੇ ਮਾਈਂਡ ਦੇ ਵਿੱਚੋਂ ਕਨਫਲਿਕਟ ਹੈ ਪੇਰੈਂਟਸ ਦੇ ਪ੍ਰਤੀ, ਤਾਂ ਉਹ ਅੱਜ ਇਸ ਤਰ੍ਹਾਂ ਦਾ ਬੱਚਾ ਬਿਹੇਵ ਕਰ ਰਿਹਾ। ਤੇ ਉਹ ਠੀਕ ਕਰਨ ਵਾਸਤੇ ਉਸ ਨੂੰ ਕਿਹੜੇ ਸਟੈਪ ਲੈਣ, ਜਾਂ ਕਿਵੇਂ ਕਰ ਸਕਦੇ ਨੇ ਉਹ ਇਸ ਨੂੰ, ਬੱਚੇ ਉਸ ਤੇ ਨੂੰ ਠੀਕ ਕਰਨ ਦੀ ਕੀ ਪਹਿਲਾਂ ਤਾਂ ਸਭ ਤੋਂ ਪਹਿਲਾਂ ਇਹ ਗੱਲ ਕਿ ਕੋਸ਼ਿਸ਼ ਨਾ ਕਰਨ, ਉਹਨੂੰ ਇਹ ਨਾ ਕਹਿਣ ਕਿ ਤੂੰ ਇਸ ਹਮ ਤਰ੍ਹਾਂ ਦਾ ਹੈ, ਤੂੰ ਉਸ ਤਰ੍ਹਾਂ ਦਾ ਹੈ। ਇਹ ਚੀਜ਼ਾਂ ਛੱਡ ਦੇਣ, ਹਮ ਤੇ ਪਿਆਰ ਨਾਲ ਪੇਸ਼ ਆਉਣ। ਜੀ ਮਤਲਬ ਆਪਾਂ ਕਿਸੇ ਦੇ ਜੀ ਸਾਹਮਣੇ ਉਹਨੂੰ ਕਹਿਣ ਕਿ, ਕਿਉਂਕਿ ਜ਼ਿਆਦਾਤਰ ਪੇਰੈਂਟਸ ਜਦੋਂ ਕੋਈ ਆਉਂਦਾ ਹੈ ਤੇ ਉਹਨੂੰ ਪ੍ਰੈਜੈਂਟ ਕਰਦੇ ਆ, ਜਾਂ ਉਹਨੂੰ ਮਿਲਾਉਂਦੇ ਆ ਆਪਣੇ ਨਾਲ, ਰਿਸ਼ਤੇਦਾਰਾਂ ਨਾਲ, ਹਮ ਤੇ ਸਾਡਾ ਬੱਚਾ ਐਵੇਂ ਦਾ ਹਮ ਹੈ, ਉਹ ਐਵੇਂ ਕਰਦਾ ਹੈ, ਇਹਨੂੰ ਸਮਝਾ ਕੇ ਜਾਓ। ਉਹ ਚੀਜ਼ਾਂ ਛੱਡ ਦੇਣ, ਜੀ ਉਹਦੀ ਪ੍ਰੈਜੈਂਟੇਸ਼ਨ, ਉਹਨੂੰ ਮਿਲਾਉਣਾ ਛੱਡ ਦੇਣ, ਤੇ ਉਹਨੂੰ ਖੁਦ ਟਰੀਟ ਕਰਨ, ਉਹਨੂੰ ਖੁਦ ਟਾਈਮ ਦੇਣ, ਉਹਦੇ ਨਾਲ ਖੇਲਣ। ਇਹ ਛੋਟੀਆਂ ਛੋਟੀਆਂ ਚੀਜ਼ਾਂ ਸ਼ੁਰੂ ਕਰਨ, ਤੇ ਉਹਦਾ ਬੱਚੇ ਦਾ ਇੱਕ ਜੀ ਇਨਵੋਲਵਮੈਂਟ ਵਧੇਗੀ। ਉਹ ਮਨ ਦੇ ਅੰਦਰ ਜਿਹੜੀ ਇਰੀਟੇਸ਼ਨ ਭਰੀ ਹੋਈ ਆ ਕਾਫੀ ਸਾਲਾਂ ਤੋਂ, ਜੀ ਉਹ ਨਿਕਲੇਗੀ ਫੇਰ। ਜੀ ਜੀ ਤੇ ਸਮਾਂ ਤਾਂ ਪ੍ਰੋਗਰਾਮ ਦਾ ਹੋ ਗਿਆ, ਤੇ ਜਾਂਦੇ ਜਾਂਦੇ ਤੁਸੀਂ ਜਿਹੜਾ ਸਾਡੇ ਸਰੋਤਿਆਂ ਨੂੰ, ਦਰਸ਼ਕਾਂ ਨੂੰ, ਇੱਕ ਵਾਰ ਆਪਣਾ ਨੰਬਰ ਦੱਸ ਦਿਓ, ਤੇ ਤੁਹਾਡੇ ਨਾਲ ਕੰਟੈਕਟ ਕਰਨ, ਔਰ ਨਾਲ ਮਤਲਬ ਜਿਹੜਾ ਵੀ ਇਸ ਤੇ ਆਪਾਂ ਓਵਰ ਥਿੰਕਿੰਗ ਤੇ ਗੱਲ ਕੀਤੀ, ਜਾਂ ਡਿਪਰੈਸ਼ਨ ਤੇ,
ਜਾਂ ਇਸ ਤਰ੍ਹਾਂ ਦੇ ਹੋਰ ਬਿਮਾਰੀਆਂ ਹੁੰਦੀਆਂ ਨੇ ਜਿਸ ਨੂੰ ਅਸੀਂ ਬਿਮਾਰੀ ਮੰਨਦੇ ਹੀ ਨਹੀਂਗੇ, ਹਨਾ। ਇਸ ਜੀ ਦਾ ਜੀ ਟ੍ਰੀਟਮੈਂਟ ਤੁਸੀਂ ਕਰਦੇ ਹੋ, ਫੋਨ ਤੁਹਾਡੇ ਕੋਲ ਆ ਵੀ ਸਕਦੇ ਨੇ, ਤੇ ਫੋਨ ਦੇ ਜ਼ਰੀਏ ਵੀ ਜਿਹੜੇ ਬਹੁਤ ਜ਼ਿਆਦਾ ਦੂਰ ਬੈਠੇ ਨੇ, ਫੋਨ ਦੇ ਉਹ ਕਰ ਜ਼ਰੀਏ ਵੀ ਸਕਦੇ ਤੁਸੀਂ ਕਾਉਂਸਲਿੰਗ ਕਰਦੇ ਹੋ, ਹਨਾ। ਹੂੰ। ਤੇ ਤੁਸੀਂ ਆਪਣਾ ਨੰਬਰ ਇੱਕ ਵਾਰ ਰਿਪੀਟ ਕਰ ਦਿਓ। ਨੰਬਰ ਦੱਸਣ ਤੋਂ ਪਹਿਲਾਂ ਇੱਕ ਛੋਟੀ ਜਿਹੀ ਗੱਲ ਮੈਂ ਜ਼ਰੂਰ ਸ਼ੇਅਰ ਕਰਨਾ ਚਾਹੂੰਗਾ ਕਿ ਮਾਈਂਡ ਜੀ ਤੇ ਜੀ ਜੋ ਮੇਰਾ ਲਾਸਟ ਤੇ ਇੱਕ ਸੰਦੇਸ਼ ਤੁਸੀਂ ਕਹਿ ਲਓ ਕਿ ਮਾਈਂਡ ਤੇ ਕੰਮ ਹਾਂ ਕਰਨਾ ਬਹੁਤ ਜ਼ਰੂਰੀ ਹੈ, ਜਿਹਨੂੰ ਆਪਾਂ ਇੱਕ ਸਵਰਗ ਜਾਂ ਨਰਕ ਦੇ ਨਾਮ ਨਾਲ ਦੋ ਸ਼ਬਦ ਆਪਾਂ ਸੁਣੇ ਆ ਲਾਈਫ ਦੇ ਵਿੱਚ, ਕਿ ਇੱਕ ਸਵਰਗ ਹੁੰਦਾ ਜਾਂ ਇੱਕ ਨਰਕ ਹੁੰਦਾ। ਜਦੋਂ ਆਪਾਂ ਮਰ ਜਾਂਦੇ ਹਾਂ ਤੇ ਹਮ ਸਵਰਗ 'ਚ ਜਾਂਦੇ ਹਾਂ ਜਾਂ ਨਰਕ 'ਚ ਜਾਂਦੇ ਹਾਂ। ਮੇਰਾ ਜ਼ਿੰਦਗੀ ਦਾ ਹਮ ਅਨੁਭਵ ਇਹ ਹੈ ਕਿ ਅਗਰ ਆਪਣਾ ਮਾਈਂਡ ਪੋਜ਼ਿਟਿਵ ਆ ਤੇ ਸਵਰਗ ਔਰ ਨਰਕ ਇੱਥੇ ਹੀ ਆ, ਆਪਣੇ ਮਾਈਂਡ ਦੇ ਵਿੱਚ ਹੀ ਆਪਣਾ ਸਵਰਗ ਇੱਥੇ ਔਰ ਨਰਕ ਆ। ਜੀ ਜੀ ਹਾਂਜੀ, ਜੀ ਕਿ ਆਪਣਾ ਮਾਈਂਡ ਹਮ ਪੋਜ਼ਿਟਿਵ ਆ ਤੇ ਆਪਾਂ ਇੱਕ ਸਵਰਗ ਵਰਗੀ ਲਾਈਫ ਜੀ ਸਕਦੇ ਹਾਂ, ਜੀ ਫਲੈਕਸੀਬਲ ਬਹੁਤ ਜਾ ਅੱਛੀ ਸਕਦੇ। ਲਾਈਫ ਜੀ ਸਕਦੇ ਹਾਂ। ਤੇ ਮਾਈਂਡ ਆਪਣਾ ਸਹੀ ਨਹੀਂ ਤੇ ਜਦੋਂ ਡਿਪਰੈਸ਼ਨ ਚਲ ਗਏ, ਹਮ ਫੋਬੀਆ ਚਲ ਗਏ, ਓਵਰ ਥਿੰਕਿੰਗ ਚਲ ਗਏ, ਤੇ ਉਹ ਆਪਣੇ ਲਈ ਨਰਕ ਹੀ ਹੈ। ਤੇ ਜੀ ਮੇਰਾ ਸਭ ਤੋਂ ਵੱਡਾ ਸੰਦੇਸ਼ ਹੈ ਕਿ ਮਾਈਂਡ ਤੇ ਕੰਮ ਕਰਨਾ ਬਹੁਤ ਜ਼ਰੂਰੀ, ਮਨ ਤੇ ਲੈਵਲ ਦੀ ਗੱਲ ਨੂੰ ਸਮਝਣਾ ਬਹੁਤ ਜ਼ਰੂਰੀ ਹੈ, ਉਹਨੂੰ ਸਮਝਿਆ ਜਾਵੇ। ਕਿੱਥੋਂ ਵੀ ਮੌਕਾ ਮਿਲੇ ਸਿੱਖਣ ਦਾ, ਸਿੱਖੋ, ਲਰਨ ਕਰੋ, ਕਿਤਾਬਾਂ ਪੜ੍ਹੋ, ਹਮ ਉਹਨਾਂ ਲੋਕਾਂ ਦੀਆਂ ਕਹਾਣੀਆਂ ਪੜ੍ਹੋ, ਸਕਸੈਸਫੁਲ ਲੋਕਾਂ ਨੂੰ ਸੁਣੋ ਕਿ ਉਹ ਕਿਵੇਂ ਬਣੇ, ਉਹਨਾਂ ਨੇ ਇਸ ਤਰ੍ਹਾਂ ਦੀ ਲਾਈਫ ਕਿਵੇਂ ਜੀਵੀ, ਉਹਨਾਂ ਨੂੰ ਜ਼ਰੂਰ ਸੁਣੋ, ਪੜ੍ਹੋ, ਤੇ ਤੁਸੀਂ ਆਪਣੇ ਮਾਈਂਡ ਨੂੰ ਬਹੁਤ ਅੱਛਾ ਬਣਾ ਸਕਦੇ ਹੋ। ਤੇ ਅਗਰ ਤੁਸੀਂ ਮੇਰੇ ਨਾਲ ਜੀ ਸੰਪਰਕ ਕਰਨਾ ਚਾਹੁੰਦੇ ਹੋ ਤਾਂ ਨੰਬਰ ਹੈ 97 295 0839, ਤੇ YouTube ਤੇ ਚੈਨਲ ਵੀ ਹੈ ਦਿਲਬਾਗ ਸਿੰਘ ਦੇ ਨਾਮ ਤੋਂ, ਤੁਸੀਂ ਜਾ ਕੇ ਜੀ ਦੇਖ ਸਕਦੇ ਹੋ। ਬਹੁਤ ਸਾਰੀਆਂ ਵੀਡੀਓ ਆਪਾਂ ਮੈਂਟਲ ਹੈਲਥ ਤੇ ਲਗਾਤਾਰ ਪਾਉਂਦੇ ਰਹਿੰਦੇ ਹਾਂ। ਜੀ ਜੀ ਤੁਸੀਂ ਅੱਜ ਹਾਂਜੀ ਸਮਾਂ ਕੱਢਿਆ ਤੇ ਇਸੇ ਵਿਸ਼ੇ ਤੇ ਆਪਾਂ ਫਿਰ ਵੀ ਗੱਲਬਾਤ ਕਰਦੇ ਰਵਾਂਗੇ, ਦਰਸ਼ਕਾਂ ਨਾਲ, ਸਰੋਤਿਆਂ ਨਾਲ ਜੁੜਦੇ ਰਵਾਂਗੇ। ਪਰ ਅੱਜ ਦੇ ਜੀ ਜੀ ਪ੍ਰੋਗਰਾਮ ਵਿੱਚ ਇੰਨਾ ਹੀ। ਸਾਡੇ ਨਾਲ ਜਗਵੰਤ ਖੇੜਾ ਜੀ USA ਤੋਂ ਤੇ ਰਾਜ ਪਥਰਾਲਾ ਜੀ ਬਠਿੰਡਾ ਤੋਂ YouTube ਚੈਨਲ ਦੇ ਜਰੀਏ ਜੁੜੇ ਹੋਏ ਨੇ, ਤੇ ਹੋਰ ਵੀ ਜੀ ਬਹੁਤ ਸਾਰੇ ਸ਼ੁਕਰੀਆ ਜੀ, ਸਰੋਤਿਆਂ ਵੈਲਕਮ। ਦੇ ਜਿਹੜੇ ਸੁਨੇਹੇ ਆਏ ਨੇ ਕਿ ਬਹੁਤ ਸੋਹਣਾ ਪ੍ਰੋਗਰਾਮ ਆ। ਬਹੁਤ ਬਹੁਤ ਸ਼ੁਕਰੀਆ ਜੀ ਸਾਰਿਆਂ ਦਾ ਸਾਨੂੰ ਸੁਣਨ ਵਾਸਤੇ। ਰੇਡੀਓ ਤੇ ਪ੍ਰੋਗਰਾਮ 2 ਦਿਨਾਂ ਬਾਅਦ ਪ੍ਰਸਾਰਿਤ ਕੀਤਾ ਜਾਵੇਗਾ, ਤੁਹਾਨੂੰ ਸਮਾਂ ਦੱਸ ਦਿੱਤਾ ਜਾਵੇਗਾ। ਤੇ ਅੱਜ ਦੇ ਪ੍ਰੋਗਰਾਮ ਵਿੱਚ ਇੰਨਾ ਹੀ। ਤੁਸੀਂ ਸਮਾਂ ਕੱਢਿਆ, ਬਹੁਤ ਬਹੁਤ ਸ਼ੁਕਰੀਆ ਦਿਲਬਾਗ ਜੀ। ਓਕੇ, ਸ਼ੁਕਰੀਆ, ਥੈਂਕ ਯੂ ਜੀ। ਜੀ ਜੀ ਤੇ ਹੁਣ ਆਪਣੀ ਦੋਸਤ ਤੇ ਹੋਸਟ ਕਰਮਜੀਤ ਨੂੰ ਦਿਓ ਇਜਾਜ਼ਤ। ਆਪਾਂ ਫਿਰ ਮਿਲਦੇ ਹਾਂ। ਹੱਸਦੇ ਵਸਦੇ ਰਹੋ, ਦੁਆਵਾਂ ਨਾਲ ਰੱਖਿਓ।